ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਜੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਜੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬਪੁੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਤਖਤ ਤੇ ਬਿਰਾਜਮਾਨ ਹੋ ਕਰਕੇ ਜੋ ਅੱਜ ਮੁੱਖ ਵਾਕ ਜਿਨ੍ਹਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਅਦਬ ਸਤਿਕਾਰ ਸਹਿਤ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਆਪ ਵੱਡੇ ਭਾਗਾਂ ਵਾਲੇ ਹੋ ਜੋ ਨਿਤਾ ਪ੍ਰਤੀ ਗੁਰੂ ਦਰਬਾਰ ਵਿੱਚ ਸੱਜ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਬੈਠ ਕਰਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਸਤਿਗੁਰੂ ਜੀ ਦੇ ਪਾਵਨ ਬਚਨ ਜੋ ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਧਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685-86 ਉੱਪਰ ਸੁਭਾਏਮਾਨ ਹੈ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਾਰਿਆਂ ਤੋਂ ਵੱਡੇ ਨੇ। ਭਾਵ ਇਹ ਹੈ, ਵੱਡੇ ਤੋਂ ਭਾਵ ਇਹ ਨਹੀਂ ਕਿ ਆਕਾਰ ਕਰਕੇ ਉਹਨਾਂ ਦਾ ਸਰੀਰਕ ਆਕਾਰ ਸਾਰਿਆਂ ਤੋਂ ਵੱਡਾ ਹੈ। ਵੱਡੇ ਤੋਂ ਭਾਵ ਹੈ ਉਹਨਾਂ ਦੀ ਵਿਚਾਰਧਾਰਾ, ਉਹਨਾਂ ਦਾ ਉਪਦੇਸ਼, ਉਹਨਾਂ ਦੀ ਦਿੱਤੀ ਹੋਈ ਸਿੱਖਿਆ, ਉਹਨਾਂ ਦਾ ਦਿੱਤਾ ਹੋਇਆ ਸਿਧਾਂਤ
ਸਾਰੇ ਧਰਮਾਂ ਨਾਲੋਂ ਸ੍ਰੇਸ਼ਟ ਹੈ, ਉੱਚਾ ਹੈ, ਸਭ ਤੋਂ ਵੱਡਾ ਹੈ। ਇਸੇ ਕਰਕੇ ਇਹ ਗੱਲ ਆਖੀ ਜਾਂਦੀ ਹੈ, ਉਹ ਵੱਡਾ ਇਸ ਕਰਕੇ ਹੈ, ਉਹਦਾ ਘਰ ਵੀ ਬਹੁਤ ਵੱਡਾ ਹੈ, ਉਹਦਾ ਵਿਹੜਾ ਵੀ ਬਹੁਤ ਵੱਡਾ ਹੈ। ਸਿਆਣਿਆਂ ਨੇ ਇਹ ਗੱਲ ਕਥਨ ਵਿੱਚ ਕੀਤੀ ਹੈ, ਗੁਰੂ ਨਾਨਕ ਦਾ ਘਰ ਕਿਹੜਾ, ਜਿਹਦਾ ਖੁੱਲਾ ਵਿਹੜਾ। ਉਹਦਾ ਵਿਹੜਾ ਵੀ ਬਹੁਤ ਵੱਡਾ ਹੈ, ਉਹਦਾ ਘਰ ਵੀ ਬਹੁਤ ਵੱਡਾ ਹੈ। ਸਾਡੇ ਤਾਂ ਘਰ ਸੀਮਤ ਨੇ, ਸਾਡੇ ਘਰਾਂ ਦੇ ਵਿਹੜੇ ਸੀਮਤ ਨੇ। ਸੀਮਤ ਘਰਾਂ ਵਿੱਚ, ਸੀਮਤ ਵਿਹੜਿਆਂ ਵਿੱਚ ਸੀਮਤ ਵਿਅਕਤੀ ਹੀ ਸਮਾ ਸਕਦੇ ਨੇ, ਪਰ ਉਹ ਇਸ ਕਰਕੇ ਵੱਡਾ ਹੈ, ਉਹਦਾ ਵਿਹੜਾ ਵੱਡਾ, ਉਹਦਾ ਘਰ ਵੱਡਾ ਹੈ। ਉਸ ਵੱਡੇ ਕੀਆਂ ਵਡਿਆਈਆਂ ਕਰਨ ਵਾਸਤੇ ਅੱਜ ਅਸੀਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਹਾਂ। ਅੱਜ ਦਾ ਜੋ ਮੁੱਖ ਵਾਕ ਅਸ਼ਟਪਦੀਆਂ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਦੇ ਵਿੱਚ ਵਿਚਾਰਕ ਤੌਰ ਦੇ ਉੱਤੇ ਗੁਰੂ ਸਾਹਿਬ ਜੀ ਨੇ ਮੂਲ ਤੌਰ ਦੇ ਉੱਤੇ ਦ੍ਰਿਸ਼ਟਾਂਤ ਦਿੱਤਾ ਹੈ ਗੁਰੂ ਰੂਪੀ ਸਾਗਰ ਦਾ। ਇੱਕ ਪਾਸੇ ਸਾਗਰ ਦਾ ਦ੍ਰਿਸ਼ਟਾਂਤ ਦਿੱਤਾ ਹੈ, ਇੱਕ ਪਾਸੇ ਛਪੜੀ ਦਾ ਸਿਧਾਂਤ ਦਿੱਤਾ ਹੈ, ਦ੍ਰਿਸ਼ਟਾਂਤ ਦਿੱਤਾ ਹੈ। ਸਾਗਰ ਤੇ ਕੌਣ ਆਉਂਦਾ ਹੈ, ਛਪੜੀਆਂ ਤੇ ਕੌਣ ਆਉਂਦਾ ਹੈ। ਸਾਗਰ ਦੇ ਵਿੱਚ ਕੀ ਹੈ, ਛਪੜੀਆਂ ਵਿੱਚ ਕੀ ਹੈ, ਇਹ ਸਤਿਗੁਰੂ ਜੀ ਨੇ ਅੱਜ ਦਾ ਉਪਦੇਸ਼ ਦਿੱਤਾ ਹੈ ਕਿ ਗੁਰੂ ਕੇ ਸਿੱਖ ਨੂੰ ਦੋਨਾਂ ਵਿੱਚੋਂ ਕਿਹਦੀ ਚੋਣ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿੱਥੇ ਇਹ ਵਿਖਿਆਨ ਕੀਤਾ ਹੈ, ਉੱਥੇ ਹੰਸ ਦਾ ਵੀ ਦ੍ਰਿਸ਼ਟਾਂਤ ਦਿੱਤਾ ਹੈ ਤੇ ਬਗਲੇ ਦਾ ਵੀ ਦ੍ਰਿਸ਼ਟਾਂਤ ਦਿੱਤਾ ਹੈ। ਹੰਸ ਦੀ ਖੁਰਾਕ ਕਿਹੋ ਜਿਹੀ ਹੈ, ਹੰਸ ਕੀ ਖਾਂਦਾ ਹੈ ਤੇ ਬਗਲਾ ਕੀ ਖਾਂਦਾ ਹੈ, ਬਗਲਾ ਕਿੱਥੇ ਰਹਿੰਦਾ ਹੈ, ਉਹਦੀ ਖੁਰਾਕ ਕੀ ਹੈ, ਇਹ ਵੀ ਦ੍ਰਿਸ਼ਟਾਂਤ ਦਿੱਤੇ ਨੇ। ਗੁਰੂ ਨਾਨਕ ਦੇ ਘਰ ਦੇ ਵਿੱਚ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਕਸਰ ਦਰਸ਼ਨ ਕਰਦੇ ਹੀ ਰਹਿੰਦੇ ਹੋ। ਤੁਸੀਂ ਮਾਨ ਸਰੋਵਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਕਈ ਵਾਰਾਂ ਇਸ਼ਨਾਨ ਕੀਤੇ। ਤੁਸੀਂ ਕਦੇ ਧਿਆਨ ਮਾਰ ਕੇ ਵੇਖ ਲਿਓ, ਤੁਹਾਨੂੰ ਇਹ ਤਿੰਨ ਜੀਵ ਜਿਹੜੇ ਨੇ ਉਸ ਸਰੋਵਰ ਤੇ ਨਹੀਂ ਮਿਲਣਗੇ। ਕਦੇ ਵੀ ਸਰੋਵਰ ਦੇ ਕੰਢੇ ਦੇ ਉੱਤੇ ਤੁਸੀਂ ਬਗਲਾ ਬੈਠਾ ਵੇਖਿਆ? ਬਗਲਾ ਨਹੀਂ। ਆਮ ਕਰਕੇ ਜਿੱਥੇ ਪਾਣੀ ਕਿਤੇ ਵੀ ਕਿਸੇ ਵੀ ਸਥਾਨ ਦੇ ਉੱਤੇ ਪਾਣੀ ਖੜਾ ਹੋਵੇ ਨਾ, ਉੱਥੇ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹ ਬਗਲੇ ਆ ਹੀ ਜਾਂਦੇ ਨੇ, ਕਾਂ ਆ ਹੀ ਜਾਂਦੇ ਨੇ, ਡੱਡੂ ਆ ਹੀ ਜਾਂਦੇ ਨੇ। ਪਰ ਇਹ ਤਿੰਨ ਜੀਵ ਤੁਹਾਨੂੰ ਰਾਮਦਾਸ ਦੇ ਸਰੋਵਰ ਵਿੱਚ ਨਹੀਂ ਮਿਲਣਗੇ। ਇੱਥੇ ਕਦੇ ਵੀ ਤੁਸੀਂ ਕਿਸੇ ਕਿਨਾਰੇ ਤੇ ਧਿਆਨ ਮਾਰ ਕੇ ਵੇਖ ਲਿਓ, ਕਦੇ ਤੁਹਾਨੂੰ ਬਗਲਾ ਨਹੀਂ ਮਿਲੇਗਾ। ਆ ਸਕਦਾ ਹੈ ਪਰ ਹੈ ਨਹੀਂ। ਕਿਉਂ ਨਹੀਂ? ਉਹਦਾ ਕਾਰਨ ਹੈ ਗੁਰੂ ਸਾਹਿਬ ਜੀ ਨੇ ਆਖਿਆ ਇੱਥੇ ਬਗਲਾ ਭਗਤੀ ਪ੍ਰਵਾਨ ਨਹੀਂ ਹੈ। ਕਹਾਂ ਭਇਓ ਜੋ ਦੋ ਲੋਚਨ ਮੂਦ ਕੇ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰ ਨ, ਲੋਕ ਗਇਓ ਪਰ ਲੋਕ ਗਵਾਇਓ। ਬਗਲਾ ਭਗਤੀ ਪ੍ਰਵਾਨ ਨਹੀਂ, ਇਸ ਕਰਕੇ ਇੱਥੇ ਬਗਲੇ ਨਹੀਂ। ਇੱਥੇ ਕਾਵਾਂ ਰੌਲੀ ਨਹੀਂ, ਇੱਥੇ ਸ਼ਾਂਤ ਚਿੱਤ ਹੈ, ਪੀਸ ਆਫ ਮਾਈਂਡ ਹੈ। ਲੱਖਾਂ ਹੀ ਸ਼ਰਧਾਲੂ ਗੁਰੂ ਕੇ ਦਰ ਦੇ ਉੱਤੇ ਨਤਮਸਤਕ ਹੋਣ ਆਉਂਦੇ ਨੇ। ਜਦੋਂ ਗੈਰ ਧਰਮਾਂ ਦੇ ਵਿਅਕਤੀਆਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਆ ਕਰਕੇ ਕੀ ਮਹਿਸੂਸ ਕਰਦੇ ਹੋ, ਉਹ ਇੱਕੋ ਹੀ ਇੱਕ ਗੱਲ ਕਹਿੰਦੇ, ਇੱਥੇ ਸ਼ਾਂਤੀ ਬੜੀ ਹੈ। ਭਾਵ ਕੋਈ ਉੱਚਾ ਨਹੀਂ ਬੋਲਦਾ। ਤੁਸੀਂ ਵੇਖਿਆ ਹੋਣਾ ਕਦੇ ਵੀ ਕੋਈ ਉੱਚਾ ਨਹੀਂ ਜੇ ਬੋਲਦਾ। ਇਸ ਕਰਕੇ ਕਾਮ ਬਿਰਤੀ ਵਾਲੇ ਮਨੁੱਖ ਵੀ ਇੱਥੇ ਪ੍ਰਵਾਨ ਨਹੀਂ। ਇੱਥੇ ਇਸ ਕਰਕੇ ਤੁਹਾਨੂੰ ਕਦੇ ਵੀ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਕੰਢਿਆਂ ਤੇ ਕਦੇ ਕਾਂ ਵੀ ਨਜ਼ਰ ਨਹੀਂ ਆਏਗਾ। ਅਗਲੀ ਗੱਲ, ਉਸ ਸਰੋਵਰ ਦੇ ਵਿੱਚ ਤੁਸੀਂ ਰੰਗ ਬਰੰਗੀਆਂ ਕਈ ਵਾਰੀ ਮੱਛੀਆਂ ਵੇਖੀਆਂ ਹੋਣੀਆਂ। ਉਹ ਐਵੇਂ ਨਹੀਂ ਜੇ ਪਾਈਆਂ ਹੋਈਆਂ, ਉਹਦਾ ਵੀ ਕੋਈ ਨਾ ਕੋਈ ਕਾਰਨ ਹੈ। ਜਿੱਥੇ ਇਸ ਗੱਲ ਨੂੰ ਅਸੀਂ ਅਨੁਭਵ ਕਰਦੇ ਹਾਂ ਕਿ ਉਹ ਸਰੋਵਰ ਦੇ ਜਲ ਨੂੰ ਸਾਫ਼ ਰੱਖਣ ਵਾਸਤੇ ਸਾਡੀ ਸਹਾਇਤਾ ਕਰਦੀਆਂ ਨੇ, ਉੱਥੇ ਉਹ ਮੱਛੀਆਂ ਇੱਕ ਉਪਦੇਸ਼ ਵੀ ਦਿੰਦੀਆਂ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ,
ਜਨਮ ਆਕਾਰ ਥਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ, ਪਾਣੀਆਂ ਬਿਨ ਮੀਨ ਤਲਫੇ। ਉਹ ਮੱਛੀਆਂ ਇੱਕ ਸਾਨੂੰ ਸੁਨੇਹਾ ਵੀ ਦਿੰਦੀਆਂ ਨੇ, ਸੰਸਾਰ ਦੇ ਸਾਰੇ ਸੁੱਖ ਉਹਨਾਂ ਮੱਛੀਆਂ ਦੀਆਂ ਝੋਲੀਆਂ ਵਿੱਚ ਪਾ ਦਿੱਤੇ ਜਾਣ। ਉਹਨਾਂ ਨੂੰ ਇਹ ਕਿਹਾ ਜਾਵੇ ਤੁਹਾਨੂੰ ਸੋਹਣੇ ਤੋਂ ਸੋਹਣਾ ਸੁੰਦਰ ਮਹੱਲ ਦੇ ਦਿੰਨੇ ਆ, ਸੋਹਣੇ ਪਲੰਘ ਦੇ ਦਿੰਨੇ ਆ, ਗੱਦਿਆਂ ਦੇ ਉੱਤੇ ਤੁਹਾਡਾ ਵਿਸ਼ਰਾਮ ਕਰਾ ਦਿੰਨੇ ਆ। ਉਹ ਮੱਛੀਆਂ ਕਹਿੰਦੀਆਂ ਇਹ ਸੋਹਣੇ ਮਹੱਲ, ਸੋਹਣੇ ਗੱਦੇ, ਸੋਹਣੇ ਪਲੰਘ ਸਾਡਾ ਜੀਵਨ ਨਹੀਂ, ਸਾਡਾ ਜੀਵਨ ਤਾਂ ਪਾਣੀ ਆ, ਪਾਣੀਆਂ ਬਿਨ ਮੀਨ ਤਲਫੇ। ਜੇ ਸਾਡੇ ਜੀਵਨ ਵਿੱਚ ਸਾਨੂੰ ਪਾਣੀ ਨਾ ਮਿਲਿਆ ਸਾਡੀ ਮੌਤ ਹੈ। ਗੁਰੂ ਕੇ ਸਿੱਖਾਂ ਜੇ ਇੱਕ ਮੱਛੀ ਕਹਿੰਦੀ ਹੈ ਕਿ ਮੇਰੇ ਜੀਵਨ ਵਿੱਚ ਮੈਨੂੰ ਜੇ ਪਾਣੀ ਨਾ ਮਿਲੇ ਤਾਂ ਮੇਰੀ ਮੌਤ ਹੈ। ਗੁਰੂ ਕੇ ਸਿੱਖਾਂ ਤੇਰੇ ਜੀਵਨ ਵਿੱਚ ਵੀ ਤੈਨੂੰ ਜੇ ਬਾਣੀ ਨਾ ਮਿਲੇ ਤਾਂ ਤੇਰੀ ਆਤਮਕ ਮੌਤ ਹੈ। ਉਹ ਪਾਣੀ ਬਗੈਰ ਨਹੀਂ ਜੀ ਸਕਦੀ, ਗੁਰੂ ਕਾ ਸਿੱਖ ਬਾਣੀ ਬਗੈਰ ਨਹੀਂ ਜੇ ਜੀ ਸਕਦਾ। ਇਹ ਦ੍ਰਿਸ਼ਟਾਂਤ ਹੈ। ਔਰ ਤੁਸੀਂ ਵੇਖਿਆ ਹੋਣਾ ਉੱਥੇ ਮੱਛੀਆਂ ਤੇ ਹੈ ਪਰ ਡੱਡੂ ਨਹੀਂ। ਡੱਡੂ ਅਕਸਰ ਪਾਣੀ ਦੇ ਵਿੱਚ ਆ ਹੀ ਜਾਂਦੇ ਨੇ, ਕਿਤੇ ਪਾਣੀ ਖੜਾ ਹੋਵੇ ਇਹ ਮੱਛੀਆਂ ਡੱਡੂ ਆਮ ਆ ਜਾਂਦੇ ਨੇ, ਪਰ ਤੁਹਾਨੂੰ ਇਸ ਸਰੋਵਰ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕੋਈ ਡੱਡੂ ਨਹੀਂ ਮਿਲੇਗਾ। ਕਿਉਂ ਨਹੀਂ ਮਿਲੇਗਾ? ਕਿਉਂਕਿ ਡੱਡੂ ਦਾ ਸੁਭਾਅ ਹੈ ਕਦੀ ਟਪੂਸਣੀ ਮਾਰੀ ਪਾਣੀ ਦੇ ਅੰਦਰ ਚਲਾ ਗਿਆ, ਕਦੀ ਟਪੂਸਣੀ ਮਾਰੀ ਪਾਣੀ ਦੇ ਬਾਹਰ ਆ ਗਿਆ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਜੀਵਨ ਵਾਲੇ ਵਿਅਕਤੀ ਮੈਨੂੰ ਨਹੀਂ ਚੰਗੇ ਲੱਗਦੇ ਜਿਹੜੇ ਟਪੂਸਣੀਆਂ ਮਾਰਦੇ ਨੇ। ਕਦੇ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ, ਕਦੇ ਸੰਗਤ ਚ ਆ ਗਏ, ਕਦੇ ਕੁਸੰਗਤ ਵਿੱਚ ਚਲੇ ਗਏ। ਇਸ ਕਰਕੇ ਟਪੂਸਣੀਆਂ ਮਾਰਨ ਵਾਲੇ ਗੁਰੂ ਘਰ ਵਿੱਚ ਪ੍ਰਵਾਨ ਨਹੀਂ, ਇਸ ਕਰਕੇ ਉੱਥੇ ਡੱਡੂ ਨਹੀਂ। ਸਤਿਗੁਰੂ ਜੀ ਨੇ ਅੱਜ ਦੇ ਜੋ ਮੁੱਖ ਵਾਕ ਵਿੱਚ ਸ਼ਬਦ ਕੁਝ ਲੰਬੇਰਾ ਹੈ, ਇਸ ਕਰਕੇ ਮੈਂ ਵਿਸਥਾਰ ਵਿੱਚ ਨਹੀਂ ਜਾਵਾਂਗਾ। ਸਾਨੂੰ ਸਮਝਾਵਣਾ ਕੀਤਾ ਹੈ ਕਿ ਭਾਈ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਤੇ ਸੀਮਤ ਸਮੇਂ ਵਾਸਤੇ ਅਸੀਂ ਸੰਸਾਰ ਵਿੱਚ ਰਹਿਣ ਵਾਸਤੇ ਆਏ ਹਾਂ। ਸਾਡਾ ਸਮਾਂ ਸੀਮਤ ਹੈ, ਅਸੀਮਤ ਨਹੀਂ, ਅਨਲਿਮਟਿਡ ਨਹੀਂ ਹੈ, ਸੀਮਤ ਹੈ। ਬਾਬਾ ਫਰੀਦ ਜੀ ਨੇ ਉਸ ਸੀਮਤ ਸਮੇਂ ਦਾ ਜ਼ਿਕਰ ਕਰਦਿਆਂ ਆਖਿਆ, ਫਰੀਦਾ ਜੋਧੈ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ। ਇਹ ਜਿਹੜੇ ਸਾਨੂੰ ਸਵਾਸ ਮਿਲੇ ਨੇ ਨਾ, ਤੁਹਾਡੇ ਪਏ ਹੋਏ ਡਰਮ ਦੇ ਵਿੱਚ ਦਾਣਿਆਂ ਦੇ ਬਾਹਰ ਲਿਖਿਆ ਹੁੰਦਾ ਕਿ ਇਹਦੇ ਵਿੱਚ ਇੰਨੇ ਦਾਣੇ ਨੇ, ਤੁਸੀਂ ਲਿਖਿਆ ਹੁੰਦਾ ਇਹ 5 ਕੁਇੰਟਲ ਦਾ ਹੈ, 10 ਕੁਇੰਟਲ ਦਾ ਹੈ, ਇਹਦੇ ਵਿੱਚ ਇੰਨੇ ਦਾਣੇ ਨੇ। ਪਰ ਇਹ ਸਰੀਰ ਰੂਪੀ ਡਰਮ ਦੇ ਬਾਹਰ ਕਦੇ ਕਿਤੇ ਨਹੀਂ ਲਿਖਿਆ ਹੋਇਆ ਇਹਦੇ ਵਿੱਚ ਕਿੰਨੇ ਸਵਾਸ ਨੇ। ਇਹਦੇ ਵਿੱਚ ਸੀਮਤ ਨੇ। ਜਿਹੜੇ ਸਵਾਸ ਸਾਨੂੰ ਪ੍ਰਮਾਤਮਾ ਨੇ ਸੀਮਤ ਦਿੱਤੇ ਨੇ ਉਹ ਨਿਤਾ ਪ੍ਰਤੀ ਦੌੜਾ ਮਾਰ ਕੇ ਨਿਤਾ ਪ੍ਰਤੀ ਲੰਘ ਰਹੇ ਨੇ। ਗਏ ਵਿਲਾੜ ਵਿਲਾੜ, ਕੋਠੇ ਧੁੱਕਣ ਕੇਤੜਾ, ਪੇਰ ਨੀਂਦੜੀ ਨਵਾਰ। ਕਿੰਨਾ ਕੁ ਚਿਰ ਦੌੜ ਸਕਦਾ ਕੋਠੇ ਤੇ? ਅਕਸਰ ਕੋਠਾ ਮੁੱਕ ਜਾਏਗਾ, ਡਿੱਗ ਜਾਏਗਾ। ਕਿੰਨਾ ਚਿਰ ਸੰਸਾਰ ਤੇ ਰਹਿ ਜਾਵਾਂਗੇ? ਥੋੜੇ ਸਮੇਂ ਵਾਸਤੇ ਆਏ ਹਾਂ ਅਸੀਂ, ਸੀਮਤ ਸਮੇਂ ਵਾਸਤੇ ਆਏ ਹਾਂ। ਔਰ ਕਰਨ ਕੀ ਆਏ ਹਾਂ? ਰਤਨ ਜਵੇਹਰ ਬਣ ਜਣੇ ਆਇਓ, ਕਾਲਰ ਲਾਦ ਚਲਾਇਓ। ਆਏ ਤਾਂ ਅਸੀਂ ਇਸ ਕਰਕੇ ਸੀ ਕਿ ਰਤਨ ਜਵੇਹਰ ਬਣ ਜਣੇ ਆਇਓ, ਆਹ ਵਪਾਰ ਕਰਨ ਆਏ ਸੀ। ਪਰ ਲੈ ਕੇ ਕੀ ਚੱਲੇ? ਕਾਲਰ ਲੱਦ ਚਲਾਇਓ। ਕਾਲਰ ਅਸੀਂ ਇੱਥੋਂ ਕੂੜਾ ਇਕੱਠਾ ਕਰਕੇ ਲੈ ਕੇ ਜਾ ਰਹੇ ਹਾਂ। ਆਏ ਇਸ ਕੰਮ ਸੀ, ਆਏ ਇਸ ਕੰਮ ਸੀ। ਲੱਗੇ ਕਿਸ ਕੰਮ ਹੈ? ਲੱਗਾ ਕਿਤ ਕਫਕੜੇ ਸਭ ਮੁੱਕਦੀ ਚੱਲੀ ਰੈਣ। ਵੇਖ ਤੇਰਾ ਨਿਤਾ ਪ੍ਰਤੀ ਇੱਕ ਇੱਕ ਦਿਨ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ ਹੈ। ਸਾਨੂੰ ਸਤਿਗੁਰੂ ਜੀ ਨੇ ਅੱਜ ਦੇ ਉਪਦੇਸ਼ ਵਿੱਚ ਇਹ ਸਮਝਾਇਆ ਹੈ ਕਿ ਜਿਹੜੇ ਹੰਸ ਰੂਪੀ ਗੁਰੂ ਕੇ ਸਿੱਖ ਨੇ ਉਹ ਸਾਧ ਸੰਗਤ ਰੂਪੀ ਮਾਨ ਸਰੋਵਰ ਤੇ ਆ ਕਰਕੇ ਬੈਠ ਜਾਂਦੇ ਨੇ। ਮਾਨ ਸਰ ਹੰਸ, ਸਾਧ ਸੰਗ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵਹੀ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਮਾਨ ਸਰੋਵਰ ਦੇ ਉੱਤੇ ਹੰਸ ਆ ਕੇ ਬਹਿ ਜਾਂਦੇ ਨੇ, ਸਾਧ ਸੰਗਤ ਵਿੱਚ ਆਉਣ ਵਾਲੇ ਜਿਹੜੇ ਗੁਰੂ ਦੀ ਸੰਗਤ ਵਿੱਚ ਬੈਠਦੇ ਨੇ ਇਹ ਪਰਮ ਹੰਸ ਨੇ। ਆਖਿਆ ਹੰਸਾਂ ਤੋਂ ਵੀ ਉੱਪਰ ਨੇ, ਉਹਨਾਂ ਨੂੰ ਹੰਸ ਆਖਿਆ, ਪਰ ਗੁਰੂ ਕੇ ਸਿੱਖਾਂ ਨੂੰ ਆਖਿਆ ਇਹ ਪਰਮ ਹੰਸ ਨੇ। ਹੰਸ ਤੇ ਪਰਮ ਹੰਸ ਵਿੱਚ ਕੀ ਫਰਕ ਹੈ? ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਵਡਹੰਸ ਮਹੱਲਾ ਪੰਜਵਾਂ ਪਹਿਲਾ। ਵਡਹੰਸ ਕਹਿੰਦੇ ਗੁਰੂ ਕੇ ਪਿਆਰਿਆ ਵਡਹੰਸ
ਤੂੰ ਵੱਡਾ ਹੰਸ ਬਣ ਕੇ ਜਾਣਾ ਸੀ ਇਸ ਸੰਸਾਰ ਤੂੰ, ਪਰ ਕੀ ਬਣਿਆ? ਮਾਨਸਰ ਹੰਸ ਸਾਧ ਸੰਗ ਪਰਮ ਹੰਸ। ਮਾਨ ਸਰੋਵਰ ਦੇ ਉੱਤੇ ਹੰਸ ਆਉਂਦੇ ਨੇ, ਪਰ ਗੁਰੂ ਕੇ ਸੁਖਾ ਤੈਨੂੰ ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਾਹਿਬ ਜੀ ਕਹਿੰਦੇ ਨੇ, ਤੂੰ ਪਰਮ ਹੰਸ ਹੈ। ਕਿਉਂ? ਤੈਨੂੰ ਕਿਉਂ ਸ੍ਰੇਸ਼ਟ ਮੰਨਿਆ? ਤੈਨੂੰ ਕਿਉਂ ਪਰਮ ਹੰਸ ਆਖਿਆ? ਕਿਉਂਕਿ ਜਿਹੜਾ ਹੰਸ ਹੈ, ਉਸ ਹੰਸਾਂ ਦੀ ਸੰਗਤ ਵਿੱਚ ਜੇ ਕੋਈ ਬਗਲਾ ਆ ਜਾਵੇ, ਉਹ ਹੰਸ ਆਪ ਤਾਂ ਮੋਤੀ ਚੁਗਦੇ ਨੇ, ਪਰ ਉਹ ਆਏ ਹੋਏ ਬਗਲੇ ਦੀ ਜਿਹੜੀ ਖੁਰਾਕ ਹੈ ਨਾ, ਉਹਨੂੰ ਨਹੀਂ ਚੇਂਜ ਕਰ ਸਕਦੇ। ਉਹ ਹੰਸ ਜੇ ਉਹਨਾਂ ਦੇ ਵਿੱਚ ਕੋਈ ਕਾਂ ਆ ਜਾਵੇ, ਬਗਲਾ ਆ ਜਾਵੇ, ਉਹਨਾਂ ਨੂੰ, ਉਸ ਕਾਂ ਨੂੰ, ਉਸ ਬਗਲੇ ਨੂੰ ਆਪਣੇ ਵਰਗਾ ਨਹੀਂ ਬਣਾ ਸਕਦੇ। ਤੈਨੂੰ ਪਰਮ ਹੰਸ ਇਸ ਕਰਕੇ ਆਖਿਆ ਹੈ। ਗੁਰੂ ਰੂਪੀ ਸਾਧ ਸੰਗਤ ਮਾਨ ਸਰੋਵਰ ਦੇ ਉੱਤੇ ਗੁਰਮੁਖ ਪਿਆਰ ਵਾਲਿਆ, ਕੋਈ ਬਗਲੇ ਬਿਰਤੀ ਵਰਗਾ ਮਨੁੱਖ ਵੀ ਆ ਜਾਵੇ, ਇਹ ਸਾਰੇ ਹੰਸ ਰਲ ਕੇ, ਇਹ ਸਾਰੇ ਪਰਮ ਹੰਸ ਰਲ ਕੇ ਉਸ ਨੂੰ ਆਪਣੇ ਵਰਗਾ ਬਣਾ ਲੈਂਦੇ ਨੇ। ਇਹ ਉਹਦੀ ਖੁਰਾਕ ਬਦਲ ਸਕਦੇ ਨੇ, ਉਹਦੀ ਪੋਸ਼ਾਕ ਬਦਲ ਸਕਦੇ ਨੇ। ਇਸ ਕਰਕੇ ਤੈਨੂੰ ਆਖਿਆ ਤੂੰ ਪਰਮ ਹੰਸ ਹੈ ਇਸ ਮਾਨ ਸਰੋਵਰ ਦੇ ਵਿੱਚ ਆਉਣ ਵਾਲਿਆ। ਇਸ ਕਰਕੇ ਸਤਿਗੁਰੂ ਜੀ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਸਮਝਾ ਰਹੇ ਨੇ, ਇੱਕ ਸਰੋਵਰ, ਇੱਕ ਸਾਗਰ ਹੈ ਉਹ ਜਿਨ੍ਹਾਂ ਬਾਰੇ ਅਸੀਂ ਆਮ ਜ਼ਿਕਰ ਕਰਦੇ ਹਾਂ, ਸਮੁੰਦਰਾਂ ਦਾ ਜ਼ਿਕਰ ਕਰਦੇ ਹਾਂ, ਸਾਗਰਾਂ ਦਾ ਜ਼ਿਕਰ ਕਰਦੇ ਹਾਂ। ਉਹਨਾਂ ਦੇ ਵਿੱਚ ਅਨੰਤ ਪ੍ਰਕਾਰ ਦੇ ਜੀਵ ਜੰਤੂ ਵੀ ਰਹਿੰਦੇ ਨੇ, ਉਹਨਾਂ ਦੇ ਵਿੱਚ ਕੀੜੇ ਮਕੌੜੇ ਵੀ ਰਹਿੰਦੇ ਨੇ, ਸਿੱਪੀਆਂ ਨੇ, ਟਾਮੀਆਂ ਸਿੱਪੀਆਂ ਦੇ ਵਿੱਚ ਮੋਤੀ ਨੇ। ਪਰ ਜਿਹੜੇ ਸਾਗਰ ਦੀ ਗੱਲ ਅੱਜ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਕਰ ਰਹੇ ਨੇ, ਉਹ ਗੁਰੂ ਰੂਪੀ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਿੱਚ ਇੱਕ ਇੱਕ ਸ਼ਬਦ ਗੁਰੂ ਦਾ ਜਿਹੜਾ ਨਾ ਉਹ ਮੋਤੀ ਹੈ, ਉਹ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਉ। ਗੁਰ ਕਾ ਸ਼ਬਦ ਰਤਨ ਹੈ। ਆਹ ਜਿਹੜੇ ਸੰਸਾਰ ਦੇ ਰਤਨ ਨੇ, ਜਿਹੜੇ ਸੰਸਾਰ ਦੇ ਹੀਰੇ ਨੇ, ਇਹਨਾਂ ਦੀ ਕੋਈ ਨਾ ਕੋਈ ਕੀਮਤ ਪੈਂਦੀ ਹੈ, ਕੀਮਤ ਹੈ ਇਹਨਾਂ ਦੀ। ਇਹ ਕਿਸੇ ਕੀਮਤ ਤੇ ਖਰੀਦੇ ਜਾ ਸਕਦੇ ਨੇ, ਇਹਨਾਂ ਦੀ ਕੋਈ ਕੀਮਤ ਹੋ ਸਕਦੀ ਹੈ। ਪਰ ਜਿਹੜਾ ਗੁਰ ਕਾ ਸ਼ਬਦ ਰਤਨ ਹੈ, ਜਿਹੜਾ ਗੁਰੂ ਦੇ ਸ਼ਬਦ ਰਤਨ ਰੂਪ ਦੇ ਵਿੱਚ ਸਾਡੇ ਕੋਲ ਬਿਰਾਜਮਾਨ ਨੇ, ਇਹਨਾਂ ਦੀ ਕੀਮਤ ਕੋਈ ਨਹੀਂ ਹੈ, ਇਹਦਾ ਮੁੱਲ ਕੋਈ ਨਹੀਂ ਹੈ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਇਹਦਾ ਕੋਈ ਮੁੱਲ ਨਹੀਂ ਪਾ ਸਕਦਾ ਤੇ ਨਾ ਹੀ ਕੋਈ ਮੁੱਲ ਨਾਲ ਇਸ ਨੂੰ ਖਰੀਦਿਆ ਜਾ ਸਕਦਾ ਹੈ। ਤੇ ਸਤਿਗੁਰੂ ਜੀ ਇਹ ਸਮਝਾਉਂਦੇ ਆ, ਗੁਰੂ ਰੂਪੀ ਸਾਗਰ ਰਤਨਾਂ ਦੇ ਨਾਲ ਨੱਕੋ ਨੱਕ ਭਰਪੂਰ ਹੈ, ਔਰ ਇਸ ਸਾਗਰ ਦੇ ਵਿੱਚ ਰਤਨਾਂ ਦੀ ਵਰਤੋਂ ਕਰਦਿਆਂ ਹੋਇਆਂ ਕਦੇ ਘਟਦੇ ਨਹੀਂ ਹੈ। ਤੋਟ ਨਾ ਆਵੇ ਵੱਧ ਦੋ ਜਾਈ, ਖਾਵੇ ਖਰਚਾ ਰਲ ਮਿਲ ਭਾਈ। ਸੰਸਾਰ ਦਾ ਖਜ਼ਾਨਾ, ਦੁਨੀਆ ਦਾ ਖਜ਼ਾਨਾ ਘਾਟੇ ਵਿੱਚ ਚਲ ਜਾਂਦਾ ਹੈ। ਕਹਿੰਦੇ ਘਾਟੇ ਵਾਲਾ ਹੋ ਗਿਆ, ਕਿਉਂਕਿ ਘਟ ਗਿਆ, ਜਿਉਂ-ਜਿਉਂ ਖਰਚਾਂਗੇ ਘਟੇਗਾ। ਪਰ ਇੱਕੋ ਹੀ ਇੱਕ ਖਜ਼ਾਨਾ ਬਾਬੇ ਨਾਨਕ ਦਾ ਹੈ, ਜਿਉਂ-ਜਿਉਂ ਖਰਚਾਂਗੇ ਤਿਉਂ-ਤਿਉਂ ਵੱਧਦਾ ਹੈ। ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਵੱਧਦਾ ਹੈ। ਕਿਵੇਂ ਵੱਧਦਾ ਹੈ? ਇਹ ਖਜ਼ਾਨਾ ਕਿਵੇਂ ਵੱਧਦਾ ਹੈ? ਅੱਜ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਅੰਦਰ ਧਰਮਸ਼ਾਲਾ ਦਾ ਜੋ ਉਪਦੇਸ਼ ਦਿੱਤਾ ਗਿਆ, ਹਰ ਗੁਰੂ ਨਾਨਕ ਨਾਮ ਲੇਵਾ ਗੁਰੂ ਕੇ ਸਿੱਖ ਦੇ ਘਰ ਉਹ ਧਰਮਸ਼ਾਲਾ ਬਣ ਜਾਵੇ। ਗੁਰੂ ਕੇ ਪਿਆਰ ਵਾਲੇ ਤੁਹਾਡੇ ਘਰਾਂ ਵਿੱਚ ਜਾ ਰਹੇ ਨੇ, ਸਿੱਖ ਇਤਿਹਾਸ ਲੈ ਕਰਕੇ ਜਪਜੀ ਸਾਹਿਬ ਕੰਠ ਕਰਾਉਣ ਵਾਸਤੇ। ਇਹ ਖਜ਼ਾਨਾ ਕਿਵੇਂ ਵੱਧਦਾ ਹੈ? ਤੁਸੀਂ ਅੱਜ ਜਪਜੀ ਸਾਹਿਬ ਦਾ ਪਾਠ ਕੰਠ ਕਰ ਲਿਆ, ਯਾਦ ਕਰ ਲਿਆ, ਤੁਸੀਂ ਦੂਸਰੇ ਨੂੰ ਯਾਦ ਕਰਾਤਾ, ਤੀਸਰੇ ਨੂੰ ਯਾਦ ਕਰਾਤਾ, ਖਜ਼ਾਨਾ ਆਪਣੇ ਆਪ ਵੱਧਦਾ ਗਿਆ ਹੈ। ਸਤਿਗੁਰੂ ਜੀ ਕਹਿੰਦੇ, ਬਚਨ ਕਰਦੇ ਨੇ ਕਿ ਸੰਤ ਰੂਪੀ ਮਹਾਂਪੁਰਸ਼ ਜਿਹੜੇ ਨੇ, ਸੱਚੀ ਸੁੱਚੀ ਬਿਰਤੀ ਵਾਲੇ ਮਨੁੱਖ ਜਿਹੜੇ ਨੇ, ਉਹ ਇਸ ਮਾਨ ਸਰੋਵਰ ਤੇ ਆ ਕੇ ਕੇਵਲ ਤਾਂ ਕੇਵਲ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਪਾਉਂਦੇ ਨੇ ਤੇ ਗੁਰੂ ਤੋਂ ਦੂਰ ਨਹੀਂ ਜਾਂਦੇ, ਗੁਰੂ ਗ੍ਰੰਥ ਸਾਹਿਬ ਤੋਂ ਲਾਂਭੇ ਨਹੀਂ ਹੁੰਦੇ। ਉਹ ਆਪਣੇ ਖਸਮ ਨੂੰ ਛੱਡ ਕੇ ਹੋਰ ਕਿਸੇ ਦਰ ਤੇ ਨਹੀਂ ਜੇ ਜਾਂਦੇ। ਜਿਹੜੇ ਬਗਲੇ ਬਿਰਤੀ ਵਾਲੇ ਮਨੁੱਖ ਹੁੰਦੇ ਨੇ, ਉਹ ਛੱਪੜਾਂ ਦੇ ਵਿੱਚ ਜਾ ਜਾ ਕੇ ਕੁਝ ਭਾਲਦੇ ਨੇ। ਛੱਪੜ ਕੀ ਹੈ?
ਛੱਪੜ ਹੈ ਗੁਰੂ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ, ਹੋਰ ਅਨਮਤੀਆਂ ਦੇ ਸਥਾਨ ਦੇ ਉੱਤੇ ਜਾਣਾ, ਮੜੀਆਂ ਮਸਾਨਾਂ ਨੂੰ ਪੂਜਣਾ, ਦੇਵੀ ਦੇਵਤਿਆਂ ਨੂੰ ਆਪਣਾ ਇਸ਼ਟ ਮੰਨਣਾ, ਇਹ ਸਭ ਛੱਪੜੀ ਹੈ, ਇਹ ਸਭ ਚਿੱਕੜੀ ਹੈ। ਇਸ ਕਰਕੇ ਗੁਰੂ ਕਾ ਸਿੱਖ ਕਦੇ ਵੀ ਮਾਨ ਸਰੋਵਰ, ਕਦੇ ਸਾਗਰ, ਗੁਰੂ ਰੂਪੀ ਸਾਗਰ ਨੂੰ ਛੱਡਦਾ ਨਹੀਂ ਤੇ ਛੱਪੜਾਂ ਤੇ ਕਦੇ ਜਾਂਦਾ ਨਹੀਂ। ਉਸ ਚਿੱਕੜ ਦੇ ਵਿੱਚ ਉਹਨੂੰ ਹੋਰ ਦੂਣੀ ਮੈਲ ਲੱਗ ਜਾਂਦੀ ਹੈ। ਕੋਈ ਛੱਪੜ ਵਿੱਚ ਨਹਾਉਣ ਜਾਵੇ, ਛੱਪੜ ਤੇ ਪਹਿਲੇ ਆਪ ਹੀ ਗੰਦਾ ਹੈ, ਉਹਨ ਤੁਹਾਨੂੰ ਕੀ ਸੁੱਚਾ ਕਰ ਦੇਣਾ। ਅੱਜ ਦੇ ਇਸ ਮਹਾਵਾਕ ਵਿੱਚ ਸਤਿਗੁਰੂ ਜੀ ਨੇ ਸਮਝਾਇਆ, ਜਿਹੜੇ ਗੁਰੂ ਨਾਨਕ ਨਾਮ ਲੇਵਾ ਗੁਰੂ ਕੇ ਸਿੱਖ ਸਾਵਧਾਨ ਕਾਗਰ ਚੀਤ ਹੋ ਕਰਕੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਉਹ ਸ਼ਬਦ ਤੇ ਸੁਰਤ ਦਾ ਸੁਮੇਲ ਕਰ ਲੈਂਦੇ ਨੇ, ਉਹਨਾਂ ਦੇ ਅੰਦਰੋਂ ਫਿਰ ਵਿਕਾਰ ਖਤਮ ਹੋ ਜਾਂਦੇ ਨੇ, ਵਿਕਾਰ ਉਹਨਾਂ ਤੇ ਹਾਵੀ ਨਹੀਂ ਹੁੰਦੇ। ਅਗਲੀ ਗੱਲ ਆਖਦੇ ਨੇ ਕਿ ਜਿੱਥੇ ਵਿਕਾਰ ਉਹਨਾਂ ਤੇ ਹਾਵੀ ਨਹੀਂ ਹੁੰਦੇ, ਉਹਨਾਂ ਦਾ ਜਨਮ ਮਰਨ ਦਾ ਗੇੜ ਵੀ ਗੁਰੂ ਮੁਕਾ ਦਿੰਦਾ ਹੈ। 84 ਲੱਖ ਦਾ ਜੂਨ ਦਾ ਚੱਕਰ ਜਿਹੜਾ ਸੰਸਾਰ ਤੇ ਵਾਰ-ਵਾਰ ਉਹਨਾਂ ਨੂੰ ਆਉਣਾ ਜਾਣਾ ਨਹੀਂ ਪੈਂਦਾ। ਇਹ ਵੀ ਸਤਿਗੁਰੂ ਜੀ ਫਰਮਾਵਨਾ ਕਰਦੇ ਨੇ, ਖਤਮ ਹੋ ਜਾਂਦਾ ਹੈ। ਸੋ ਵਿਸਤਾਰ ਵਿੱਚ ਨਾ ਜਾਂਦਿਆਂ ਹੋਇਆਂ ਆਓ ਇੱਕ ਵਾਰੀ ਰਸਨਾ ਪਵਿੱਤਰ ਕਰੀਏ। ਸਮਾਂ ਸੀਮਤ ਹੈ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਲਵਾਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਹਨ, ਘਰ ਦੂਜਾ। ਘਰ ਦੂਜੇ ਤੋਂ ਭਾਵ ਹੈ, ਇਹ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਹਨ, ਇਹ ਉਹਨਾਂ ਦੇ ਨਾਲ ਇਸ ਨੂੰ ਕਿਸ ਘਰ ਦੇ ਵਿੱਚ ਗਾਉਣਾ ਹੈ, ਉਹ ਸਿਧਾਂਤ ਹੈ। ਅਸ਼ਟਪਦੀਆਂ 8 ਪਦੇ ਨੇ ਇਸ ਸ਼ਬਦ ਦੇ। ਇੱਕ ਓੰਕਾਰ, ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ। ਇਸ ਕਰਕੇ ਸਤਿਗੁਰੂ ਜੀ ਅੱਜ ਸਾਨੂੰ ਇਹ ਸਮਝਾਉਂਦੇ ਹਨ, ਜੇ ਉਹ ਇੱਕ ਹੈ, ਏਕ ਪਿਤਾ ਏਕਸ ਕੇ ਹਮ ਬਾਰਕ। ਜੇ ਪਰਮਾਤਮਾ ਇੱਕ ਹੈ ਨਾ, ਤੇ ਅਸੀਂ ਫਿਰ ਸਾਰੇ ਇੱਕ ਕਿਉਂ ਨਹੀਂ ਆ? ਅਸੀਂ ਵੱਖ-ਵੱਖ ਕਿਉਂ ਹੈ? ਸਾਡਾ ਸਾਰਿਆਂ ਦਾ ਸਭਨਾ ਕਾ ਮਾਂ ਪਿਓ ਏਕ ਹੈ। ਸੰਸਾਰਕ ਤੌਰ ਦੇ ਉੱਤੇ ਸਾਡੇ ਮਾਂ-ਬਾਪ ਜਿਨ੍ਹਾਂ ਨੇ ਸਾਨੂੰ ਸੰਸਾਰ ਤੇ ਜਨਮ ਦਿੱਤਾ ਹੈ, ਉਹ ਵੱਖਰੇ ਵੱਖਰੇ ਹੋ ਸਕਦੇ ਨੇ। ਮੇਰੀ ਮਾਂ, ਮੇਰਾ ਪਿਓ ਕੋਈ ਹੋਰ ਹੋ ਸਕਦਾ ਹੈ, ਤੁਹਾਡੀ ਮਾਂ, ਤੁਹਾਡਾ ਪਿਓ ਕੋਈ ਹੋਰ ਹੋ ਸਕਦਾ ਹੈ। ਪਰ ਜਿਸ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਸੰਸਾਰ ਦੇ ਉੱਤੇ ਭੇਜਿਆ, ਉਹ ਸਾਰਿਆਂ ਦਾ ਹੀ ਪਿਓ ਇੱਕੋ ਹੈ ਤੇ ਸਾਰਿਆਂ ਦੀ ਮਾਂ ਇੱਕੋ ਹੀ ਹੈ। ਸਾਰਿਆਂ ਦੀ ਜੇ ਮਾਂ ਇੱਕੋ ਹੀ ਹੈ, ਸਾਰਿਆਂ ਦਾ ਪਿਓ ਜੇ ਇੱਕੋ ਹੀ ਹੈ। ਇਸੇ ਕਰਕੇ ਆਖਿਆ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਏਕ ਹੈ, ਇਸ ਕਰਕੇ ਇੱਕ ਲਿਖ ਦਿੱਤਾ। ਸਤਿਗੁਰੂ ਜੀ ਨੇ ਆਖਿਆ ਉਹ ਇੱਕੋ ਹੀ ਹੈ, ਉਹਦੀਆਂ ਵੰਡੀਆਂ ਨਾ ਪਾਓ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਇਸ ਕਰਕੇ ਉਹਨੂੰ ਕੋਈ ਰਾਮ ਕਹਿ ਕੇ ਬੁਲਾਉਂਦਾ ਹੈ, ਕੋਈ ਅੱਲਾ ਕਹਿ ਕੇ ਬੁਲਾਉਂਦਾ ਹੈ, ਕੋਈ ਰਹੀਮ ਕਹਿ ਕੇ ਬੁਲਾਉਂਦਾ ਹੈ। ਇਸ ਕਰਕੇ ਉਹਦੇ ਨਾਮ ਤਾਂ ਵੱਖਰੇ ਵੱਖਰੇ ਹੋ ਸਕਦੇ ਹਨ। ਅਨੇਕ ਹੈ ਫਿਰ ਏਕ ਹੈ। ਉਹਦੇ ਨਾਮ ਬਹੁਤ ਹੋ ਸਕਦੇ ਨੇ, ਪਰ ਹੈ ਉਹ ਇੱਕੋ ਹੀ ਹੈ। ਜਦੋਂ ਸਾਡੀ ਗੱਲ ਇਹ ਸਮਝ ਵਿੱਚ ਆ ਗਈ ਕਿ ਉਹ ਪਰਮਾਤਮਾ ਇੱਕੋ ਹੀ ਹੈ, ਤੇ ਧਰਮਾਂ ਦੇ ਨਾਮ ਦੇ ਉੱਤੇ ਜਿਹੜੇ ਅਸੀਂ ਝਗੜੇ ਪਾਈ ਫਿਰਦੇ ਆ ਨਾ, ਇਹ ਸਾਰੇ ਖਤਮ ਹੋ ਜਾਣਗੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ 4 ਵਰਨ ਇੱਕ ਵਰਨ ਕਰਾਇਆ। 4 ਵਰਨਾਂ ਤੋਂ ਜਿਹੜੇ ਵੱਖਰੇ ਵੱਖਰੇ ਵਰਨਾਂ ਵਿੱਚ ਵੰਡੀ ਹੋਈ ਮਨੁੱਖਤਾ ਸੀ, ਉਹਨਾਂ ਨੂੰ ਇੱਕ ਵਰਨ ਵਿੱਚ ਲੈ ਕੇ ਆਂਦਾ। ਇਸ ਕਰਕੇ ਆਖਿਆ ਇਹ ਵਰਨ ਵੀ ਇੱਕ ਹੈ, ਇਹ ਅਕਾਲ ਪੁਰਖ ਪਰਮਾਤਮਾ ਵੀ ਇੱਕ ਹੈ। ਉਹਦੇ ਨਾਮ ਤਾਂ ਬਹੁਤ ਹੋ ਸਕਦੇ ਨੇ, ਕਿਸੇ ਨਾਮ ਦੇ ਨਾਲ ਵੀ ਉਹਨੂੰ ਬੁਲਾਓ, ਆਵਾਜ਼ ਮਾਰੋ, ਹਾਜ਼ਰ ਹੋਵੇਗਾ। ਉਹਨੂੰ ਰਾਮ ਕਹਿ ਕੇ ਆਵਾਜ਼ ਮਾਰੋ, ਉਹਨੂੰ ਕ੍ਰਿਸ਼ਨ ਕਹਿ ਕੇ ਆਵਾਜ਼ ਮਾਰੋ,
ਉਹਨੂੰ ਅੱਲਾ ਕਹਿ ਕੇ ਆਵਾਜ਼ ਮਾਰੋ, ਉਹਨੂੰ ਵਾਹਿਗੁਰੂ ਕਹਿ ਕੇ ਆਵਾਜ਼ ਮਾਰੋ। ਇਹ ਉਹਦੇ ਵੱਖਰੇ ਵੱਖਰੇ ਨਾਮ ਨੇ, ਪਰ ਹੈ ਉਹ ਇੱਕੋ ਹੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਆਰੰਭ ਦੇ ਵਿੱਚ ਆਖਿਆ ਇੱਕ ਓੰਕਾਰ। ਇਹ ਜਿਹੜੀ ਸ੍ਰਿਸ਼ਟੀ ਸਾਜੀ ਆ ਪ੍ਰਮਾਤਮਾ ਨੇ, ਇਹਦੇ ਵਿੱਚ ਜਿਹੜੇ ਸਾਰੇ ਜੀਵ ਰਹਿ ਰਹੇ ਨੇ ਗੁਰਮੁਖ ਪਿਆਰ ਵਾਲਿਓ, ਉਹ ਇੱਕੋ ਦੀ ਰਚਨਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਹੈ। ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਵੀ ਇੱਕ ਹੈ। ਇਹ ਨਹੀਂ ਕਿ ਦਾਤਾਂ ਦੇਣ ਵਾਲਾ ਕੋਈ ਹੋਰ ਹੈ, ਜਨਮ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ। ਨਹੀਂ, ਇਹ ਵੱਖਰੇ ਵੱਖਰੇ ਨਹੀਂ, ਇੱਕੋ ਹੀ ਹੈ। ਇਸ ਕਰਕੇ ਇਹ ਬਖਸ਼ਿਸ਼, ਇਹ ਕਿਰਪਾ ਸਾਰਿਆਂ ਤੇ ਨਹੀਂ ਹੁੰਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੋਵੇ। ਜਦੋਂ ਗੁਰੂ ਦੀ ਮਿਹਰ ਹੋਵੇ ਤਾਂ ਇਹ ਗੱਲ ਸਮਝ ਵਿੱਚ ਆਉਂਦੀ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ। ਸਾਗਰ ਦੇ ਥੱਲੇ, ਰਾਰੇ ਦੇ ਥੱਲੇ ਔਂਕੜ ਲੱਗਾ ਹੈ। ਜੇ ਔਂਕੜ ਨਾ ਹੁੰਦਾ ਤੇ ਬਹੁਵਚਨ ਵਿੱਚ ਆ ਜਾਣਾ ਸੀ ਬਹੁਤ ਸਾਰੇ ਸਾਗਰ। ਫਿਰ ਤਾਂ ਕਿੰਨੇ ਵੀ ਸਾਗਰ ਨੇ। ਜਦੋਂ ਇਹਦੇ ਥੱਲੇ ਔਂਕੜ ਲਾਇਆ ਨਾ, ਇਹਦਾ ਭਾਵ ਹੈ ਇਹ ਇੱਕੋ ਹੀ ਇੱਕ ਐਸਾ ਸਾਗਰ ਹੈ ਗੁਰੂ ਦਾ, ਇੱਕੋ ਹੀ ਇੱਕ ਹੈ, ਹੋਰ ਕੋਈ ਨਹੀਂ ਇਹਦੇ ਵਰਗਾ। ਸੰਸਾਰ ਦਾ ਸਾਗਰ ਸਮੁੰਦਰ, ਉਹਦਾ ਤਾਂ ਪਾਣੀ ਵੀ ਖਾਰਾ ਹੈ, ਉਹ ਕਿਸੇ ਦੀ ਪਿਆਸ ਵੀ ਨਹੀਂ ਬੁਝਾ ਸਕਦਾ। ਇਹਦਾ ਜਲ ਵੀ ਮਿੱਠਾ ਹੈ, ਇਹਦੀ ਬੋਲੀ ਵੀ ਮਿੱਠੀ, ਇਹਦੀ ਸ਼ੈਲੀ ਵੀ ਮਿੱਠੀ। ਇਸ ਕਰਕੇ ਸਤਿਗੁਰੂ ਜੀ ਇਹ ਬਚਨ ਕਰਦੇ ਹਨ, ਹੇ ਭਾਈ, ਗੁਰੂ ਰੂਪੀ ਸਾਗਰ ਜਿਹੜਾ ਉਹ ਰਤਨਾਂ ਦੇ ਨਾਲ ਭਰਪੂਰ ਹੈ, ਨੱਕੋ ਨੱਕ ਭਰਿਆ ਪਿਆ, ਨੱਕੋ ਨੱਕ। ਤੇ ਰਤਨ ਕਿਹੜੇ ਨੇ? ਗੁਰੂ ਦਾ ਉਪਦੇਸ਼, ਇਹ ਹੈ ਰਤਨ। ਇੱਕ ਇੱਕ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰਤਨ ਹੈ। ਇੱਕ ਇੱਕ ਸ਼ਬਦ ਜਿਹੜਾ ਹੈ ਇਹ ਗੁਰਮੁਖ ਪਿਆਰ ਵਾਲਿਓ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਹੈ। ਜਿਹੜੇ ਸੰਸਾਰ ਦੇ ਰਤਨ ਨੇ ਉਹਨਾਂ ਦੀ ਕੋਈ ਕੀਮਤ ਹੈ। ਜਿਹੜੇ ਸੰਸਾਰ ਦੇ ਰਤਨ ਨੇ ਉਹਨਾਂ ਨੂੰ ਅਸੀਂ ਆਪਣੇ ਗਲ ਦੇ ਵਿੱਚ, ਮੁੰਦਰੀਆਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਆਪਣੇ ਸਰੀਰ ਤੇ ਲਾਉਣਾ ਕਰਦੇ ਨੇ। ਪਰ ਜਿਹੜਾ ਗੁਰ ਕਾ ਸ਼ਬਦ ਹੈ, ਇਹ ਰਤਨ ਹੈ, ਇਹ ਹੀਰੇ ਜਿੱਤ ਜੜਾਉਂ, ਇਹਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਉਣਾ ਹੈ। ਇੱਕ ਗੱਲ ਆਪਾਂ ਸਮਝ ਲਈ ਹੈ ਸਾਰਿਆਂ ਨੇ ਕਿ ਭਾਈ ਗੁਰੂ ਰੂਪੀ ਸਾਗਰ ਜਿਹੜਾ ਹੈ, ਇਹ ਗੁਰੂ ਦੇ ਦਿੱਤੇ ਉਪਦੇਸ਼, ਇੱਕ ਇੱਕ ਸ਼ਬਦ ਜਿਹੜਾ ਹੈ ਇਹ ਰਤਨਾਂ ਦੇ ਨਾਲ ਨੱਕੋ ਨੱਕ ਭਰਿਆ ਪਿਆ ਹੈ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਜਿਹੜੇ ਇਸ ਸਾਗਰ ਤੇ ਆਉਂਦੇ ਨੇ, ਜਿਹੜੇ ਇਸ ਮਾਨ ਸਰੋਵਰ ਤੇ ਹੰਸ ਆਉਂਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਸਾਰੇ ਜਿਹੜੇ ਬੈਠੇ ਨੇ ਨਾ, ਸਾਰੇ ਹੰਸ ਬੈਠੇ ਨੇ, ਤੇ ਤੁਸੀਂ ਆਏ ਕੀ ਕਰਨ ਹੋ? ਇਹ ਜਿਹੜਾ ਗੁਰੂ ਦਾ ਉਪਦੇਸ਼ ਲੈਣ ਵਾਸਤੇ ਆਏ ਹੋ। ਅੰਮ੍ਰਿਤ ਸੰਤ ਚੁਗਹਿ, ਇਹ ਖੁਰਾਕ ਹੈ ਉਹਨਾਂ ਦੀ। ਹੰਸਾਂ ਦੀ ਖੁਰਾਕ ਇਹ ਹੈ, ਹੰਸਾਂ ਦੀ ਖੁਰਾਕ ਹੈ। ਇਹ ਮਾਨ ਸਰੋਵਰ ਤੇ ਆਏ ਨੇ, ਇਹਨਾਂ ਨੇ ਹੋਰ ਕੁਝ ਨਹੀਂ ਜੇ ਖਾਣਾ। ਨਹੀਂ ਦੂਰੇ ਭਾਵ ਇਹ ਹੈ ਉਹ ਪ੍ਰਮਾਤਮਾ ਨੂੰ ਆਪਣੇ ਤੋਂ ਦੂਰ ਨਹੀਂ ਸਮਝਦੇ, ਲਾਗੇ ਸਮਝਦੇ ਨੇ, ਨਿਕਟ ਸਮਝਦੇ ਨੇ। ਉਹ ਜੈ ਜੈ ਪੇਖੋਂ ਤੈਂ ਹਜ਼ੂਰ, ਦੂਰ ਕਤਹਿ ਨਾ ਜਾਈ। ਉਹ ਰੱਬ ਨੂੰ ਦੂਰ ਨਹੀਂ ਸਮਝਦੇ। ਇਹ ਨਹੀਂ ਕਹਿੰਦੇ ਕਿ ਰੱਬ ਆਕਾਸ਼ ਤੇ ਹੈ, ਇਹ ਨਹੀਂ ਕਹਿੰਦੇ ਤਾਂ ਨੂੰ ਮੂੰਹ ਕਰਕੇ ਨਹੀਂ ਕਹਿੰਦੇ ਰੱਬ ਤਾਂ ਰਹਿੰਦਾ ਹੈ, ਤਾਂ ਨਹੀਂ ਰਹਿੰਦਾ, ਉੱਤੇ ਨਹੀਂ ਰਹਿੰਦਾ। ਰੱਬ ਕਿੱਥੇ ਰਹਿੰਦਾ? ਰੱਬ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੈ। ਬਾਹਰ ਕੀ ਲੱਭਦਾ ਫਿਰਦਾ? ਬਾਹਰ ਕੁਝ ਨਹੀਂ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਉਹ ਤਾਂ ਤੇਰੇ ਅੰਦਰ ਬੈਠਾ ਹੋਇਆ ਹੈ, ਬਾਹਰ ਨਹੀਂ ਜੇ। ਇਸ ਕਰਕੇ ਜਿਹੜੇ ਸੰਤ ਨੇ, ਸੰਤ ਦਾ ਭਾਵ ਹੈ ਭਲੇ ਪੁਰਸ਼, ਨੇਕ ਪੁਰਸ਼। ਸੰਤ ਦਾ ਭਾਵ ਕੋਈ ਵਿਸ਼ੇਸ਼ ਵਿਅਕਤੀ ਨਹੀਂ, ਵਿਸ਼ੇਸ਼ ਲਿਬਾਸ ਵਾਲੇ ਨਹੀਂ। ਸੰਤ ਜਨਾ ਮਿਲ ਹਰ ਜਸ ਗਾਇਓ। ਤੁਹਾਨੂੰ ਸਾਰਿਆਂ ਨੂੰ ਆਖਿਆ ਤੁਸੀਂ ਸਾਰੇ ਹੀ ਸੰਤ ਬੈਠੇ ਹੋ।
ਇਹ ਸਾਰੇ ਹੀ ਸੰਤ ਨੇ ਜਿਹੜੇ ਮਿਲ ਕੇ ਹਰੀ ਦਾ ਜਸ ਕਰਦੇ ਨੇ ਤੇ ਉਹ ਚੰਗੀ ਖੁਰਾਕ ਲੈਣ ਵਾਸਤੇ ਇੱਥੋਂ ਆਏ ਗੁਰੂ ਕੋਲੋਂ। ਤੇ ਦੂਸਰੀ ਗੱਲ ਹੈ, ਉਹ ਪ੍ਰਮਾਤਮਾ ਨੂੰ ਆਪਣੇ ਆਪ ਤੋਂ ਦੂਰ ਨਹੀਂ ਸਮਝਦੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਹਰ ਰਸ ਚੋਗ ਚੁਗੈ, ਚੋਗ ਖੁਰਾਕ ਚੁਗੈ ਪ੍ਰਭ ਭਾਵੈ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਣੀ ਧਾਮਦੇ। ਉਹ ਜਿਹੜੇ ਭਗਤ ਕਿਹੜੇ ਨੇ, ਕਿਹਨਾਂ ਨੂੰ ਆਖਿਆ ਭਗਤ? ਜਿਹੜੇ ਤੇਰੇ ਦਰ ਤੇ ਹੋ ਕੇ ਆ ਕਰਕੇ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਪ੍ਰਭੂ ਨੂੰ ਉਹੀ ਚੰਗੇ ਲੱਗਦੇ ਨੇ, ਪ੍ਰਮਾਤਮਾ ਨੂੰ ਉਹੀ ਚੰਗੇ ਲੱਗਦੇ ਨੇ ਜਿਹੜੇ ਉਹਦੇ ਦਰ ਤੇ ਆ ਕਰਕੇ ਇਹ ਚੋਗ ਇਹ ਖੁਰਾਕ ਲੈਂਦੇ ਨੇ ਤੇ ਆਪਣੀ ਰਸਨਾ ਤੋਂ ਆਖਦੇ ਨੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਵਾਹਿਗੁਰੂ 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 ਵਾਹਿਗੁਰੂ। ਉਹ ਚੰਗੇ ਲੱਗਦੇ ਨੇ ਗੁਰੂ ਨੂੰ ਜਿਹੜੇ ਗੁਰੂ ਦੇ ਦਰ ਤੇ ਉੱਤੇ ਆ ਕੇ ਇਹ ਖੁਰਾਕ ਲੈਂਦੇ ਨੇ। ਇਹ ਖੁਰਾਕ ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਪਰਮਾਤਮਾ ਨੂੰ ਉਹ ਚੰਗੇ ਲੱਗਦੇ ਨੇ। ਤੁਸੀਂ ਚੰਗੇ ਲੱਗ ਰਹੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਰੇ ਬਹੁਤ ਚੰਗੇ ਲੱਗ ਰਹੇ ਨੇ, ਸੋਹਣੇ ਲੱਗ ਰਹੇ ਨੇ, ਸੋਹਣੇ ਵੀ ਲੱਗਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕਰਕੇ ਬੈਠਦੇ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ, ਸੰਸਾਰ ਦੇ ਸਾਰੇ ਮਨੁੱਖਾਂ ਤੋਂ ਸੋਹਣੇ ਮਨੁੱਖ ਆਖਦਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ। ਉਹ ਸਾਰਿਆਂ ਤੋਂ ਸੁੰਦਰ ਨੇ, ਸਾਰਿਆਂ ਤੋਂ ਸੋਹਣੇ ਨੇ। ਇਸ ਕਰਕੇ ਪਾਤਸ਼ਾਹ ਜੀ ਬਚਨ ਕਰਦੇ ਹਨ, ਵਾਹਿਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਦਰ ਤੇ ਆ ਕੇ ਉਹ ਪ੍ਰਭੂ ਪਰਮਾਤਮਾ ਦੀ ਖੁਰਾਕ ਲੈਂਦੇ ਨੇ ਤੇ ਪਰਮਾਤਮਾ ਨੂੰ ਉਹ ਚੰਗੇ ਲੱਗਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਸਰਵਰ ਮੈਂ ਹੰਸ, ਮਾਨ ਸਰੋਵਰ ਤੇ ਇਸ ਗੁਰੂ ਰੂਪੀ ਸਾਗਰ ਦੇ ਵਿੱਚ ਬੈਠੇ ਹੋਏ ਜਿਹੜੇ ਹੰਸ ਨੇ, ਉਹ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਕੇ, ਭਗਤੀ ਕਰਕੇ ਪ੍ਰਾਨਪਤ, ਪ੍ਰਾਣਾ ਦੇ ਪਤੀ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ। ਕਿਆ ਬਗ ਬਪੁੜਾ ਛਪੜੀ ਨਾਏ। ਕਿਆ ਬਗ ਬਪੁੜਾ ਛਪੜੀ ਨਾਏ। ਹੁਣ ਪਹਿਲੇ ਤੇ ਹੰਸ ਦੀ ਗੱਲ ਕਰ ਦਿੱਤੀ, ਹੁਣ ਆ ਗਏ ਦੂਸਰੇ ਪਾਸੇ ਬਗਲੇ ਦੀ ਗੱਲ ਵੀ ਕਰ ਦਿੱਤੀ। ਕਹਿੰਦੇ ਆ ਵੇਖੋ ਬਗਲੇ ਜਿਹੜੇ ਮਾਨ ਸਰੋਵਰ ਨੂੰ ਛੱਡ ਕੇ, ਇਸ ਸਾਗਰ ਨੂੰ ਛੱਡ ਕੇ ਛਪੜੀਆਂ ਦੇ ਦੁਆਲੇ ਘੁੰਮਦੇ ਫਿਰਦੇ ਨੇ। ਛਪੜੀਆਂ ਦੁਆਲੇ ਕਿਹੜੀਆਂ ਛਪੜੀਆਂ ਨੇ? ਇੱਥੇ ਛਪੜੀ ਦਾ ਕੀ ਸੰਕੇਤ ਹੈ? ਦੇਵੀ ਦੇਵਤਿਆਂ ਨੂੰ, ਮੜੀਆਂ ਨੂੰ, ਕਬਰਾਂ ਨੂੰ, ਜਠੇਰਿਆਂ ਨੂੰ ਮੱਥਾ ਟੇਕਦੇ ਫਿਰਦੇ ਨੇ। ਅੱਜ ਤੁਸੀਂ ਤੁਰਪੋ ਰੋਡ ਦੇ ਉੱਤੇ ਪੜ੍ਹ ਲਓ, ਬੜੇ ਬੜੇ ਵੱਡੇ ਬੋਰਡ ਲੱਗਣ ਤੁਹਾਨੂੰ ਮਿਲਣਗੇ, ਇਹ ਫਲਾਣਿਆਂ ਦੇ ਜਠੇਰੇ, ਫਲਾਣਿਆਂ ਦੇ ਜਠੇਰੇ। ਪੁੱਛਿਆ ਜਾਵੇ ਉਹਨਾਂ ਨੂੰ ਜਠੇਰਿਆਂ ਤੋਂ ਕੀ ਭਾਵ ਹੈ? ਕਹਿੰਦੇ ਸਾਡੇ ਵੱਡੇ ਵਡੇਰੇ। ਇਹ ਜਿਹੜੇ ਸਾਡੇ ਵੱਡੇ ਵਡੇਰੇ ਨੇ ਨਾ, ਉਹ ਹੈ। ਪਰ ਵੱਡਾ ਵਡੇਰਾ ਕੌਣ ਹੈ? ਤੁਸੀਂ ਤੇ ਮੰਨ ਲਿਆ ਕਿ ਸਾਡੇ ਵੱਡੇ ਵਡੇਰੇ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਪੁੱਛਿਆ ਤੁਹਾਡੇ ਵੱਡੇ ਵਡੇਰੇ ਕੌਣ ਨੇ? ਉਹਨਾਂ ਨੇ ਆਖਿਆ ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਹੁਣ ਜਦੋਂ ਸਾਡੇ ਕੋਲ ਵੱਡਾ ਹੈ, ਸਭ ਤੇ ਵੱਡਾ ਹੈ, ਤੇ ਫਿਰ ਅਸੀਂ ਇਹ ਨਾ ਚੱਕਰਾਂ 'ਚ ਕਿਉਂ ਪੈ ਗਏ ਬਈ? ਫਿਰ ਕੀ ਲੋੜ ਪੈ ਗਈ ਹੈ? ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਬਗਲੇ ਬਿਰਤੀ ਵਾਲੇ ਮਨੁੱਖ ਜਿਹੜੇ ਨੇ ਛੱਪੜਾਂ ਤੇ ਚਲੇ ਜਾਂਦੇ ਨੇ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਜਾਣੈ। ਗੁਰੂ ਕਾ ਸਿੱਖ ਕਦੇ ਛੱਪੜੀਆਂ ਤੇ ਨਹੀਂ ਜਾਂਦਾ। ਗੁਰੂ ਕਾ ਸਿੱਖ ਸਾਗਰ ਵਿੱਚ ਰਹਿੰਦਾ, ਇੱਥੇ ਮੋਤੀ ਚੁਗਦਾ। ਕਿਆ ਬਗ ਬੱਪੜਾ ਛੱਪੜੀ ਨਾ ਆਏ। ਇਸ ਕਰਕੇ ਇਹ ਬਗਲੇ ਰੂਪੀ ਵਿਅਕਤੀ ਇਹ ਛੱਪੜੀਆਂ ਦੇ ਵਿੱਚ ਕੀ ਕਰਦੇ ਨੇ? ਕੀਚੜ ਡੂਬੈ ਮੈਲ ਨਾ ਜਾਏ। ਹੁਣ ਛੱਪੜੀ ਤੇ ਸਰੋਵਰ ਤੇ ਇਸ ਕਰਕੇ ਇਸ਼ਨਾਨ ਕੀਤਾ ਕਿ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਵੀ ਕਰ ਲਿਆ, ਤੇ ਪਾਣੀ ਨੇ ਇਹ ਕੰਮ ਵੀ ਕਰ ਦਿੱਤਾ ਕਿ ਸਾਡੇ ਸਰੀਰ ਦੇ ਹਿੱਸੇ ਦੇ ਨਾਲ ਲੱਗੀ ਹੋਈ ਬਾਹਰੀ ਰੂਪ ਤੇ ਮੈਲ ਉਤਾਰ ਵੀ ਦਿੱਤੀ ਹੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਕੇ। ਪਰ ਜਿਹੜੀ ਛੱਪੜੀ 'ਚ ਅਸੀਂ ਵੜ ਗਏ ਆ, ਉੱਥੇ ਤਾਂ ਪਹਿਲੇ ਹੀ ਚਿੱਕੜ ਹੈ। ਉਹਨ ਸਾਡੀ ਮੈਲ ਕੀ ਲਾਉਣੀ ਸੀ? ਉੱਥੇ ਹੋਰ ਜਿਹੜੀ ਹੈ ਹਉਮੈ ਦੀ, ਈਗੋ ਦੀ, ਮਾਇਆ ਦੀ ਮੈਲ ਹੋਰ ਲੱਗ ਗਈ। ਰਹਾਉ ਵਿਸ਼ਰਾਮ ਦੇ ਕਰਕੇ ਸਮਝਾਉਂਦੇ ਹਨ, ਰੱਖ ਰੱਖ ਚਰਨ ਧਰੇ ਵਿਚਾਰੀ। ਗੁਰੂ ਕਾ ਸਿੱਖ ਰੱਖ ਰੱਖ ਚਰਨ ਧਰੇ ਵਿਚਾਰੀ। ਚਰਨ ਤਾਂ ਪਰਸ ਕੇ ਹੱਥ, ਚਰਨ ਗੁਰ ਅਮਰ ਪਵਲਰ ਹੈ। ਗੁਰੂ ਕਾ ਸਿੱਖ ਪੈਰ ਪੁੱਟਣ ਤੋਂ ਪਹਿਲੇ ਸੋਚਦਾ ਹੈ ਆਪਣਾ ਇਹ ਮੇਰਾ ਕਦਮ ਗੁਰੂ ਘਰ ਵਾਲੇ ਪਾਸੇ ਜਾ ਰਿਹਾ ਹੈ ਕਿ ਕਿਸੇ ਹੋਰ ਘਰ ਵਾਲੇ ਪਾਸੇ ਜਾ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਦਾ ਸਿੱਖ ਜਿਹੜਾ ਹੈ ਆਪਣਾ ਜੀਵਨ ਬੜਾ ਸੋਚ ਸਮਝ ਕੇ ਬਤੀਤ ਕਰਦਾ ਹੈ, ਸੋਚ ਸਮਝ ਕੇ ਵਿਚਰਦਾ ਹੈ। ਰੱਖ ਰੱਖ ਚਰਨ ਧਰੇ, ਸੋਚ ਸਮਝ ਕੇ ਪੈਰ ਧਰਦਾ ਹੈ, ਵਿਚਾਰੀ ਵਿਚਾਰ ਕਰਦਾ ਹੈ। ਔਰ ਗੁਰਮੁਖ ਪਿਆਰ ਵਾਲਿਆ, ਜਿਹੜੇ ਰਸਤਾ ਤੂੰ ਦੁਰਿਆ ਜਾਂਦਾ ਹੈ ਇਹ ਸੱਚਖੰਡ ਨੂੰ ਨਹੀਂ ਜਾਂਦਾ, ਇਹ ਨਰਕਾਂ ਨੂੰ ਜਾਂਦਾ ਹੈ। ਧਿਆਨ ਮਾਰੀ ਕਿਤੇ ਉਸ ਪਾਸੇ ਵੱਲ ਨਾ ਪੈਰ ਧਰ ਦੇਈਂ। ਇਸ ਕਰਕੇ ਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤ ਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਕਿਸੇ ਵੱਡੇ ਮਨੁੱਖ ਨੂੰ ਮਿਲਣ ਜਾਣਾ ਹੋਵੇ, ਤੁਸੀਂ ਘਰੋਂ ਤੁਰੋ, ਕਿਸੇ ਵੱਡੇ ਵਿਅਕਤੀ ਨੂੰ ਮਿਲਣ ਜਾਣਾ ਹੋਵੇ, ਬਾਦਸ਼ਾਹ ਨੂੰ ਮਿਲਣਾ ਜਾਣਾ ਹੋਵੇ, ਤੇ ਤੁਹਾਨੂੰ ਅੱਗੇ ਲੈਣ ਆਉਂਦਾ? ਨਹੀਂ, ਉਹ ਤਾਂ ਤੁਹਾਨੂੰ ਕਈ ਵਾਰੀ ਅੰਦਰ ਵੜਨ ਦਾ ਮੌਕਾ ਵੀ ਨਹੀਂ ਜੇ ਮਿਲਦਾ ਹੈ। ਇੱਕੋ ਹੀ ਇੱਕ ਹੈ ਸਾਡਾ ਗੁਰੂ। ਔਰ ਗੁਰੂ ਕੇ ਸਿੱਖਾ ਤੂੰ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੋਂ ਇੱਕ ਕਦਮ ਤਾਂ ਪੁੱਟ ਕੇ ਵੇਖ, ਤੈਨੂੰ ਗੁਰੂ ਸਾਹਿਬ ਜੀ ਅੱਗੇ ਹੋ ਕੇ ਲੈਣ ਵਾਸਤੇ ਖੜੇ ਹੁੰਦੇ, ਮੇਰਾ ਸਿੱਖ ਆ ਰਿਹਾ ਹੈ। ਇਸ ਕਰਕੇ ਰੱਖ ਰੱਖ ਚਰਨ ਧਰੇ ਵਿਚਾਰੀ। ਗੁਰੂ ਕਾ ਸਿੱਖ ਵਿਚਾਰ ਕਰਦਾ ਕਿ ਮੈਂ ਕਿੱਧਰ ਨੂੰ ਮੂੰਹ ਕੀਤਾ ਹੋਇਆ ਹੈ। ਦੂਜੀ ਛੋਟ ਕਵਾਟੜੀ, ਇੱਕ ਸਸਿਉ ਚਿਤ ਲਾਏ, ਦੂਜੇ ਭਾਵੇ ਨਾਨਕਾ ਵਹਿਣ ਲੜੰਦੜੀ ਜਾਏ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਵਿਚਾਰ ਕਰਕੇ ਗੁਰੂ ਕਾ ਸਿੱਖ ਆਪਣਾ ਜੀਵਨ ਜਿਉਂਦਾ ਹੈ। ਦੁਬਿਧਾ ਛੋੜ ਭਏ ਨਿਰੰਕਾਰੀ। ਗੁਰੂ ਕਾ ਸਿੱਖ ਫਿਰ ਦੁਬਿਧਾ ਵਿੱਚ ਨਹੀਂ ਪੈਂਦਾ। ਦੁਬਿਧਾ ਨਾ ਪੜੋ ਹਰ ਬਿਨ ਹੋਰ, ਨਾ ਪੂਜੋ ਕੋਈ, ਮੜੇ ਮਸਾਨ ਨਾ ਜਾਈ। ਹੁਣ ਸਖਤ ਹਦਾਇਤ ਕਰ ਦਿੱਤੀ। ਜਿਹਨੂੰ ਆ ਕੇ ਮੱਥਾ ਟੇਕਿਆ ਉਹਨੇ ਆਖਿਆ ਦੁਬਿਧਾ ਵਿੱਚ ਨਾ ਪੈ ਜਾਈਂ। ਦੁਬਿਧਾ ਵਿੱਚ ਅਸੀਂ ਪੈ ਗਏ ਆ, ਕਿੱਧਰ ਨੂੰ ਜਾਈਏ? ਆ ਟਰੱਕਾਂ ਦੇ ਟਰੱਕ ਭਰ ਕੇ ਜਦੋਂ ਆਨੰਦਪੁਰ ਸਾਹਿਬ ਜੀ ਦਾ ਹੋਲੇ ਮਹੱਲੇ ਦਾ ਦਿਨ ਆਉਂਦਾ ਹੈ, ਇੱਕ ਤਾਂ ਰਸਤਾ ਜਾਂਦਾ ਹੈ ਆਨੰਦਪੁਰੀ ਨੂੰ, ਇੱਕ ਦੁਬਿਧਾ ਵਿੱਚ ਪਏ ਹੋ ਮਨੁੱਖ ਜਿਹੜੇ ਅਨਮਤੀਆਂ ਦੇ ਸਥਾਨਾਂ ਤੇ ਤੁਰੇ ਫਿਰਦੇ ਨੇ, ਉਧਰ ਨੂੰ ਤੁਰ ਪਏ। ਗੁਰੂ ਕਾ ਸਿੱਖ ਕਦੇ ਦੁਬਿਧਾ ਦੇ ਵਿੱਚ ਨਹੀਂ ਪੈਂਦਾ। ਦੁਬਿਧਾ ਦੇ ਵਿੱਚ ਪਿਆ ਹੋਇਆ ਮਨੁੱਖ ਜਿਹੜਾ ਖੁਆਰ ਹੁੰਦਾ ਹੈ। ਦੁਬਿਧਾ ਛੋੜ ਭਏ ਨਿਰੰਕਾਰੀ। ਨਿਰੰਕਾਰ ਵਾਲੇ ਪਾਸੇ ਨੂੰ ਮੂੰਹ ਕਰਕੇ ਉਹ ਤੁਰਦੇ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਪ੍ਰਮਾਤਮਾ ਦੇ, ਪ੍ਰਭੂ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਕੇ ਉਹਨਾਂ ਨੂੰ ਸਹਿਜੇ ਹੀ ਮੁਕਤੀ ਹਾਸਲ ਹੋ ਜਾਂਦੀ ਹੈ। ਆਵਨ ਜਾਨ ਰਹੀ ਗੁਰ ਰਾਖੇ। ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਮਰੱਥ ਗੁਰੂ ਸਿਰ ਹੱਥ ਧਰਿਓ। ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਹੱਥ ਰੱਖਦਾ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਆਉਂਦੇ ਨਾ, ਇੱਕ ਧਿਆਨ ਧਰਿਓ ਗੁਰੂ ਕੇ ਪਿਆਰ ਵਾਲਿਓ।
ਜਦੋਂ ਅਸੀਂ ਮੱਥਾ ਟੇਕਦੇ ਹਾਂ, ਕਿਸੇ ਨੂੰ ਵੀ ਘਰ ਵਿੱਚ ਵੱਡੇ ਵਡੇਰੇ ਨੂੰ ਮੱਥਾ ਟੇਕਦੇ ਹਾਂ, ਉਹ ਸਾਡੀ ਪਿੱਠ ਤੇ ਸਾਡੇ ਸਿਰ ਤੇ ਹੱਥ ਜ਼ਰੂਰ ਰੱਖਦਾ ਹੈ। ਗੁਰੂ ਵੀ ਸਿਰ ਤੇ ਹੱਥ ਰੱਖਦਾ ਹੈ, ਕਹਿੰਦੇ ਤੂੰ ਮੈਨੂੰ ਮੱਥਾ ਟੇਕਣ ਆਇਆ ਹੈ, ਮੈਂ ਤੇਰੇ ਸਿਰ ਤੇ ਹੱਥ ਰੱਖਦਾ। ਸਮਰੱਥ ਗੁਰੂ ਸਿਰ ਹੱਥ ਧਰਿਓ। ਪਰ ਜਦੋਂ ਮੱਥਾ ਟੇਕ ਕੇ ਅਸੀਂ ਵਾਪਸ ਜਾਂਦੇ ਹਾਂ, ਗੁਰੂ ਕਾ ਸਿੱਖ ਸਾਡੀ ਪਿੱਠ ਤੇ ਵੀ ਹੱਥ ਰੱਖਦਾ ਹੈ, ਕਹਿੰਦਾ ਹੁਣ ਤੂੰ ਸੰਸਾਰ ਤੇ ਬਾਹਰ ਆਪਣੇ ਕਾਰ ਵਿਹਾਰ ਤੇ ਚੱਲਿਆ, ਮੇਰਾ ਹੱਥ ਤੇਰੇ ਸਿਰ ਤੇ ਵੀ ਹੈ ਤੇ ਮੇਰਾ ਹੱਥ ਤੇਰੀ ਪਿੱਠ ਤੇ ਵੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ, ਆਵਣ ਜਾਣ ਰਹੇ ਗੁਰ ਰਾਖੇ। ਆਵਣ ਜਾਣ 84 ਲੱਖ ਦੇ ਚੱਕਰਾਂ ਵਿੱਚੋਂ ਉਹ ਮੁਕਤ ਹੋ ਜਾਂਦੇ ਨੇ, ਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ। ਸਰਵਰ ਹੰਸਾ ਛੋੜ ਨਾ ਜਾਏ। ਮਾਨ ਸਰੋਵਰ ਹੰਸ, ਐਸਾ ਗੁਰੂ ਐਸੇ ਗੁਰੂ ਕੋ ਬਲ ਬਲ ਜਾਈਏ, ਗੁਰ ਜੈਸਾ ਨਾਹੀ ਕੋ ਦੇਵ। ਐਦਾਂ ਦਾ ਗੁਰੂ ਛੱਡ ਕੇ ਗੁਰੂ ਕੇ ਸਿੱਖ ਕਦੇ ਵੀ ਆਪਣੇ ਗੁਰੂ ਨੂੰ ਛੱਡਦੇ ਨਹੀਂ। ਆ ਕਈ ਵਾਰੀ ਖਬਰਾਂ ਦੂਜੀਆਂ ਤੀਜੀਆਂ ਅਖਬਾਰਾਂ ਵਿੱਚ ਪੜ੍ਹਦੇ ਆ ਕਿ ਲਓ ਜੀ ਫਲਾਣੇ ਧਰਮ ਦੇ ਵਿੱਚ ਪਰਿਵਰਤਨ ਹੋ ਗਏ, ਫਲਾਣੇ ਧਰਮ ਦੇ ਵਿੱਚ ਪਰਿਵਰਤਨ ਹੋ ਗਏ। ਨਾ ਭਈ ਨਾ, ਗੁਰੂ ਕਾ ਸਿੱਖ ਆਪਾਂ ਅਰਦਾਸ ਕਰਦੇ ਆ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਹਾਰਿਆ। ਧਰਮ ਨਹੀਂ ਹਾਰਦੇ, ਉਹ ਆਪਣਾ ਘਰ ਨਹੀਂ ਛੱਡਦੇ। ਇਹ ਨਹੀਂ, ਉਹਨਾਂ ਨੇ ਤਾਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਕੇ ਵੀ ਆਪਣੇ ਧਰਮ ਦੀ ਪਾਲਣਾ ਕੀਤੀ ਹੈ। ਅਸੀਂ ਕਹਿੰਦੇ ਸਾਨੂੰ ਉਧਰੋਂ ਰੋਟੀ ਮਿਲਦੀ, ਅਸੀਂ ਤਾਂ ਚੱਲੇ ਆ। ਗੁਰੂ ਕਾ ਸਿੱਖ ਤਾਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਕੇ ਵੀ ਗੁਰੂ ਦਾ ਘਰ ਨਹੀਂ ਜੇ ਛੱਡਦਾ। ਉਹਦਾ ਬੰਦ ਬੰਦ ਕੱਟਿਆ, ਕਹਿੰਦੇ ਗੁਰੂ ਨੂੰ ਛੱਡਦੇ, ਕਹਿੰਦੇ ਨਹੀਂ। ਆਰੇ ਨਾਲ ਚੀਰੇ ਜਾ ਸਕਦੇ ਨੇ, ਬੰਦ ਬੰਦ ਕੱਟੇ ਜਾ ਸਕਦੇ ਨੇ, ਖੋਪਰੀਆਂ ਲੋਹਾਈਆਂ ਜਾ ਸਕਦੀਆਂ ਨੇ, ਪਰ ਗੁਰੂ ਕਾ ਸਿੱਖ ਜਿਹੜਾ ਸਰਵਰ ਹੰਸਾ ਛੋੜ ਨਾ ਜਾਏ। ਜਿਹੜਾ ਸਿੱਖ ਵਾ ਉਹ ਗੁਰੂ ਦਾ ਘਰ ਕਦੇ ਨਹੀਂ ਛੱਡਦਾ। ਜਿਹੜੇ ਛੱਡ ਕੇ ਚਲ ਜਾਂਦੇ ਨੇ ਉਹ ਸਿੱਖ ਹੀ ਨਹੀਂ ਜੇ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜਿਹੜੇ ਹੰਸ ਬਿਰਤੀ ਵਾਲੇ ਮਨੁੱਖ ਨੇ ਉਹ ਇਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਪ੍ਰੇਮਾ ਭਗਤੀ ਕਰਕੇ ਹਰ ਪ੍ਰੇਮ ਬਾਣੀ ਮਨ ਮਾਰਿਆ ਨੇ ਆਲੇ ਅਣੀਆਂ ਰਾਮ ਰਾਜੇ। ਉਹ ਪ੍ਰੇਮਾ ਭਗਤੀ ਕਰਕੇ ਸਹਿਜ ਦੇ ਵਿੱਚ ਟਿਕ ਜਾਂਦੇ ਹਨ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਸਰਵਰ ਮਹਿ ਹੰਸ, ਇਸ ਮਾਨ ਸਰੋਵਰ ਦੇ ਉੱਤੇ ਜਿਹੜਾ ਹੰਸ ਰਹਿ ਰਿਹਾ, ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਫਿਰ ਉਸ ਹੰਸ ਦੇ ਵਿੱਚ ਸਾਗਰ ਦਾ ਭਾਵ ਹੈ ਆਪਣੇ ਹਿਰਦੇ ਦੇ ਅੰਦਰੋਂ ਗੁਰੂ ਨੂੰ ਪ੍ਰਗਟ ਕਰ ਲੈਣਾ। ਸਿਮਰਨ ਕਰਕੇ, ਬਾਣੀ ਪੜ੍ਹ ਕੇ, ਨਾਮ ਜਪ ਕੇ ਆਪਣੇ ਹਿਰਦੇ ਦੇ ਅੰਦਰੋਂ ਗੁਰੂ ਨੂੰ ਪ੍ਰਗਟ ਕਰਨਾ। ਇਹ ਹੈ ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਇਸ ਹੰਸ ਦੇ ਵਿੱਚੋਂ ਫਿਰ ਗੁਰੂ ਨੂੰ ਪ੍ਰਗਟ ਕਰਨਾ ਹੈ। ਅਕਥ ਕਥਾ ਗੁਰ ਬਚਨੀ ਆਦਰ। ਇਹ ਅਕਥ ਕਥਾ ਹੈ, ਕਥੀ ਨਹੀਂ ਜਾ ਸਕਦੀ। ਗੁਰ ਬਚਨੀ ਆਦਰ, ਜਿਹੜੇ ਗੁਰੂ ਦੇ ਬਚਨਾਂ ਦੀ ਪਾਲਣਾ ਕਰਦੇ ਨੇ। ਆਦਰ ਦਾ ਭਾਵ ਹੈ ਇੱਜ਼ਤ ਮਾਣ। ਉਹਨਾਂ ਦਾ ਲੋਕ ਵਿੱਚ ਵੀ ਇੱਜ਼ਤ ਮਾਣ ਹੁੰਦਾ ਹੈ, ਪਰਲੋਕ ਵਿੱਚ ਵੀ ਇੱਜ਼ਤ ਮਾਣ ਹੁੰਦਾ ਹੈ। ਸੁਣ ਮੰਡਲ ਇੱਕ ਜੋਗੀ ਬੈਸੇ। ਇੱਕ ਜੁੜੇ ਹੋਏ ਮਨੁੱਖਾਂ ਦਾ ਜ਼ਿਕਰ ਕੀਤਾ ਹੈ। ਇੱਥੇ ਭਾਵ ਹੈ ਜੋਗੀ ਤੋਂ ਭਾਵ ਹੈ ਜੁੜਿਆ ਹੋਇਆ ਮਨੁੱਖ। ਅਫਰ ਅਵਸਥਾ ਦੇ ਵਿੱਚ ਉਹ ਜਿਹੜੇ ਇਕਾਗਰ ਚਿੱਤ ਹੋ ਕਰਕੇ ਬੈਠਦੇ ਹਨ। ਨਾਰ ਨਾ ਪੁਰਖ ਕਹੋ ਕੋ ਕੈਸੇ। ਨਾਰ ਨਾ ਪੁਰਖ ਕਹੋ ਕੋ ਕੈਸੇ। ਉਹਨਾਂ ਦੇ ਅੰਦਰ ਕਿਸੇ ਤਰੀਕੇ ਦੀ ਵੀ ਵਾਸ਼ਨਾ ਜਿਹੜੀ ਆ ਪ੍ਰਬਲ ਨਹੀਂ ਹੋ ਸਕਦੀ। ਉਹ ਵਾਸ਼ਨਾ ਤੋਂ ਮੁਕਤ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਵਿਕਾਰ ਜਿਹੜੇ ਹਾਵੀ ਨਹੀਂ ਹੁੰਦੇ। ਤ੍ਰੇ ਭਵਨ ਜੋਤ ਰਹੇ ਲਿਵ ਲਾਈ। ਤ੍ਰੇ ਭਵਨ, ਤਿੰਨਾਂ ਲੋਕਾਂ ਦੇ ਮਾਲਕ ਪ੍ਰਮਾਤਮਾ ਵਾਹਿਗੁਰੂ, ਉਹਦੇ ਨਾਲ ਉਹ ਲਿਵ ਲਾ ਕੇ ਰੱਖਦੇ ਹਨ। ਗੁਰ ਨਰਨਾਥ ਸੱਚੇ ਸਰਣਾਏ। ਅਨਾਥਾਂ ਦਾ ਅਨਾਥ ਵਾਹਿਗੁਰੂ, ਸਾਰੇ ਦੇਵੀ ਦੇਵਤੇ ਜਿਹੜੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣਾ ਲੋਚਦੇ ਹਨ। ਆਨੰਦ ਮੂਲ ਅਨਾਥ ਆਧਾਰੀ। ਆਨੰਦ ਮੂਲ ਇਹ ਆਧਾਰ, ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਮੂਲ ਹੈ ਆਨੰਦ। ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹਨਾਂ ਦੇ ਜੀਵਨ ਵਿੱਚ ਆਨੰਦ ਆ ਜਿਨ੍ਹਾਂ ਨੇ ਸਤਿਗੁਰੂ ਨੂੰ ਪਾਇਆ। ਇਸ ਕਰਕੇ ਪਾਤਸ਼ਾਹ ਜੀ ਫਰਮਾਵਨਾ ਕਰਦੇ ਹਨ,
ਉਹ ਅਨਾਥਾਂ ਦਾ ਅਨਾਥ ਹੈ, ਆਪਣੇ ਜੀਵਨ ਵਿੱਚ ਪ੍ਰਮਾਤਮਾ ਨੂੰ ਆਪਣਾ ਆਧਾਰ ਮੰਨਦੇ ਹਨ। ਗੁਰਮੁਖ ਭਗਤ ਸਹਿਜ ਵਿਚਾਰੇ। ਗੁਰੂ ਦੇ ਵਾਲੇ ਪਾਸੇ ਮੁਖ ਰੱਖ ਕੇ ਭਗਤੀ ਕਰਕੇ ਸਹਿਜ ਦੇ ਵਿੱਚ ਵਿਚਰ ਕੇ ਉਹ ਆਪਣਾ ਜੀਵਨ ਬਸਰ ਕਰਦੇ ਹਨ। ਭਗਤ ਵਸ਼ਲ ਭੈ ਕਾਟਣ ਹਾਰੇ। ਪ੍ਰਮਾਤਮਾ ਵਾਹਿਗੁਰੂ ਹਰ ਪ੍ਰਕਾਰ ਦਾ ਜਿਹੜਾ ਡਰ ਹੈ ਉਸ ਨੂੰ ਖਤਮ ਕਰ ਦਿੰਦੇ ਹਨ। ਹਉ ਮੈਂ ਮਾਰ ਮਿਲੇ ਪਗ ਧਾਰੇ। ਜਿਹੜੇ ਨਾਮ ਜਪਦੇ ਹਨ, ਬਾਣੀ ਪੜ੍ਹਦੇ ਹਨ, ਉਹਨਾਂ ਦੇ ਅੰਦਰੋਂ ਪ੍ਰਮਾਤਮਾ ਹਉਮੈ ਖਤਮ ਕਰ ਦਿੰਦਾ ਹੈ। ਉਹਨਾਂ ਦੇ ਅੰਦਰੋਂ ਮੈਂ ਖਤਮ ਹੋ ਜਾਂਦੀ ਹੈ। ਉਹ ਕਦੇ ਨਹੀਂ ਕਹਿੰਦੇ ਇਹ ਕੰਮ ਮੈਂ ਕੀਤਾ, ਪਾਠ ਮੈਂ ਕੀਤਾ, ਸੇਵਾ ਮੈਂ ਕੀਤੀ। ਉਹ ਕਹਿੰਦੇ ਵਾਹਿਗੁਰੂ ਇਹ ਪਾਠ ਵੀ ਤੂੰ ਹੀ ਕਰਾਇਆ, ਸੇਵਾ ਵੀ ਤੂੰ ਹੀ ਕਰਾਈ ਹੈ, ਮੈਂ ਕੁਝ ਨਹੀਂ ਕੀਤਾ। ਜਿਹੜੇ ਮੈਂ ਕਹਿੰਦੇ ਨੇ ਮੈਂ ਕੀਤਾ, ਉਹਨਾਂ ਨੇ ਤਾਂ ਆਪਣੇ ਗੁਰਦੁਆਰਿਆਂ ਦੇ ਬਾਹਰ ਚਿੱਟੇ ਪੱਥਰ ਵੀ ਆਪਣੀ ਹਉਮੈ ਦੇ ਨਾਲ ਕਾਲੇ ਕਰ ਦਿੱਤੇ ਨੇ। ਆਪਣੇ ਨਾਮ ਲਿਖਾ ਲਿਖਾ ਕੇ ਉਹਨਾਂ ਪੱਥਰਾਂ ਤੇ ਉਹ ਚਿੱਟਿਆਂ ਨੂੰ ਵੀ ਕਾਲੇ ਕਰ ਦਿੱਤੇ। ਇਸ ਕਰਕੇ ਸਤਿਗੁਰੂ ਜੀ ਵਚਨ ਕਰਦੇ ਹਨ ਕਿ ਭਾਈ ਉਹ ਹਉਮੈ ਵਿੱਚ ਨਹੀਂ ਆਉਂਦੇ। ਅਨੇਕ ਯਤਨ ਕਰ ਕਾਲ ਸੰਤਾਏ। ਇਹ ਜਿਹੜਾ ਮੌਤ ਦਾ ਡਰ ਹੈ ਸਾਡੇ ਸਿਰ ਦੇ ਉੱਤੇ ਛਾਇਆ ਰਹਿੰਦਾ ਹੈ। ਵਰਨ ਲਿਖਾਏ ਮੰਡਲ ਮਹਿ ਆਏ। ਜਦੋਂ ਅਸੀਂ ਦੁਨੀਆ ਤੇ ਆਏ ਨਾ, ਉਦੋਂ ਸਾਡਾ ਨਾਲ ਹੀ ਜਾਣ ਦਾ ਸਮਾਂ ਵੀ ਲਿਖ ਦਿੱਤਾ ਗਿਆ ਕਿ ਇਹਨਾਂ ਦੀ ਵਾਪਸੀ ਕਦੋਂ ਹੈ। ਇਸ ਕਰਕੇ ਜਿਤ ਦਿਹਾੜੇ ਧਨਵਰੀ ਸਾਹੀ ਲਏ ਲਿਖਾਏ। ਇਸ ਕਰਕੇ ਸਾਡੇ ਜਾਣ ਦਾ ਸਮਾਂ ਵੀ ਨਿਸ਼ਚਿਤ ਹੈ। ਜਨਮ ਪਦਾਰਥ ਦੁਬਦਾ ਖੋਵੈ। ਇਹ ਭਾਈ ਇਹ ਬੜਾ ਕੀਮਤੀ ਸਮਾਂ, ਦੁਲੱਭ ਦੇ ਪਾਈ ਵਡਭਾਗੀ। ਨਾਮ ਨਾ ਜਪੈ ਤਾਂ ਆਤਮ ਘਾਤੀ, ਮਰ ਨਾ ਜਾਈ ਜਿਨਾ ਬਿਸਰਤ ਨਾਮ। ਨਾਮ ਵੀ ਹੁਣ ਜੀਵਨ ਕੌਣ ਕਾਮ। ਜਨਮ ਪਦਾਰਥ ਇਹ ਕੀਮਤੀ ਜਨਮ ਜਿਹੜਾ ਸੀ ਮਿਲਿਆ ਹੋਇਆ ਸੀ, ਦੁਬਦਾ ਖੋਵੈ। ਇਹ ਦੁਬਦਾ ਦੇ ਵਿੱਚ ਹੀ ਖਤਮ ਕਰ ਲਿਆ ਕਿ ਅੱਜ ਅੰਮ੍ਰਿਤ ਛਕਾਂਗੇ, ਕੱਲ ਛਕਾਂਗੇ, ਪਰਸੋਂ ਛਕਾਂਗੇ, ਕੱਲ ਪੜਨਾ ਸ਼ੁਰੂ ਕਰਾਂਗੇ, ਕੱਲ ਗੁਰੂ ਕੋ ਜਾਵਾਂਗੇ। ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ, ਸਭ ਕੁਝ ਗਵਾ ਕੇ ਬੈਠ ਗਏ। ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਆਪਣੇ ਅੰਦਰ ਕਦੇ ਝਾਤੀ ਮਾਰ ਕੇ ਵੇਖਿਆ ਹੀ ਨਹੀਂ। ਆਪਸ ਚੀਨ ਦਾ ਭਾਵ ਹੈ ਸੈਲਫ ਐਨਾਲਿਸਿਸ ਕਰਨਾ। ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰਦੇ, ਦੂਜਿਆਂ ਦੀਆਂ ਹੀ ਗਲਤੀਆਂ ਕੱਢਦਾ ਰਿਹਾ, ਆਪਣੇ ਵੱਲ ਕਦੇ ਧਿਆਨ ਹੀ ਨਹੀਂ ਮਾਰਿਆ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਅਸੀਂ ਆਪਣੇ ਅੰਦਰ ਝਾਤੀ ਕਦੇ ਮਾਰੀ ਹੀ ਨਹੀਂ। ਕਹ ਤੋ ਪੜਦਾ ਸੁਣਦਾ ਏਕ। ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਉਪਾਸਨਾ ਕਰਨੀ ਹੈ। ਧੀਰਜ ਧਰਮ ਧਰਨੀ ਤਰ ਟੇਕ। ਇਹ ਭਾਈ ਜਿਨ੍ਹਾਂ ਨੇ ਧਰਮ ਨੂੰ ਕਮਾ ਲਿਆ, ਉਹਨਾਂ ਦੇ ਅੰਦਰ ਧੀਰਜ ਆ ਗਿਆ ਹੈ। ਉਹਨਾਂ ਨੇ ਉਸ ਪ੍ਰਮਾਤਮਾ ਦਾ ਓਟ ਆਸਰਾ ਤੱਕਿਆ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਜਤ ਸਤ ਸੰਜਮ, ਉਹ ਸੰਜਮ ਦੇ ਵਿੱਚ ਰਹਿੰਦੇ ਨੇ, ਜਤ ਦੇ ਵਿੱਚ ਰਹਿੰਦੇ ਨੇ, ਸੱਚ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ। ਚੌਥੇ ਪਦ ਕੋ ਜੇ ਮਨ ਪਤੀ ਆਏ। ਜਿਨ੍ਹਾਂ ਦਾ ਮਨ ਰੀਝ ਗਿਆ ਹੈ, ਉਹ ਤ੍ਰੈ ਗੁਣੀ ਮਾਇਆ ਤੂੰ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਪਰ ਉੱਠ ਕਰਕੇ ਚੌਥੇ ਪਦ ਵਿੱਚ ਆਪਣਾ ਜੀਵਨ ਜਿਉਂਦੇ ਹਨ। ਸਾਚੇ ਨਿਰਮਲ ਮੈਲ ਨਾ ਲਾਗੈ। ਜਿਹੜੇ ਸੱਚੇ ਨਾਲ ਜੁੜ ਗਏ ਨੇ, ਉਹਨਾਂ ਦਾ ਜੀਵਨ ਨਿਰਮਲ ਹੋ ਗਿਆ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਉਹਨਾਂ ਦੇ ਮਨ ਨੂੰ ਮੈਲ ਨਹੀਂ ਲੱਗ ਸਕਦੀ। ਗੁਰ ਕੈ ਸ਼ਬਦ ਭਰਮ ਭਉ ਭਾਗਾ। ਗੁਰੂ ਦੇ ਸ਼ਬਦ ਰਾਹੀਂ ਕਿਸੇ ਪ੍ਰਕਾਰ ਦਾ ਭਰਮ ਨਹੀਂ ਰਹਿੰਦਾ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਸੂਰਤ ਮੂਰਤ ਆਦ ਅਨੂਪ। ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜਿਹੜਾ ਸਾਰਿਆਂ ਤੋਂ ਸੋਹਣਾ ਤੇ ਸੁੰਦਰ ਹੈ। ਨਾਨਕ ਜਾਚੈ ਸਾਚ ਸਰੂਪ। ਮੈਂ ਵੀ ਅਰਦਾਸ ਕਰਦਾ ਹਾਂ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ, ਉਸ ਸੱਚ ਸਰੂਪ ਪ੍ਰਮਾਤਮਾ ਦੇ ਨਾਲ ਮੇਰਾ ਵੀ ਮਿਲਾਪ ਕਰ ਦਿਓ। ਆਓ ਸਤਿਗੁਰੂ ਜੀ ਦਾ ਪਾਵਨ ਬਚਨ ਕਰਦਿਆਂ, ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਸਾਸਨ ਬਖਸ਼ਣਯੋਗ ਹੈ। ਲਾਸ ਪੰਕਤੀਆਂ ਪੜ੍ਹ ਕੇ ਖਿਮਾ ਦਾ ਜਾਚਕ ਹੋਈਏ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸਾਚੇ ਨਿਰਮਲ ਮੈਲ ਨਾ ਲਾਗਾ। ਗੁਰ ਕੈ ਸ਼ਬਦ ਭਰਮ ਭਉ ਭਾਗਾ। ਸੂਰਤ ਮੂਰਤ ਆਦਿ ਅਨੂਪਾ।
ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।